ਸਤਿ ਸ਼੍ਰੀ ਅਕਾਲ ਜੀ। ਮੈਂ ਜਸਪ੍ਰੀਤ ਸਿੰਘ ਪੰਜਾਬ ਅਕੈਡਮੀ ਆਨਲਾਈਨ ਦੇ ਵਿੱਚੋਂ। ਅੱਜ ਜਿਹੜੀ ਵੀਡੀਓ ਰਹਿਣੀ ਹੈ ਉਹ ਜਿਹੜੇ ਐਨਟੀਟੀ ਟੀਚਰ ਜਿਹੜੇ ਤਿਆਰੀ ਕਰ ਰਹੇ ਆ ਪੇਪਰ ਦੇ ਲਈ, ਉਹਨਾਂ ਦੇ ਲਈ ਜੋ 15 ਨੰਬਰ ਤਾਂ 15 ਤੋਂ 20 ਨੰਬਰ ਦਾ ਜਿਹੜਾ ਪੋਰਸ਼ਨ ਰੱਖਿਆ ਹੋਇਆ ਇਹਨਾਂ ਨੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਜਾਂ ਰਾਸ਼ਟਰੀ ਸਿੱਖਿਆ ਨੀਤੀ 2020 ਦਾ, ਠੀਕ ਹੈ, ਉਹਦੇ ਉੱਪਰ ਲੈ ਕੇ ਆਏ ਆ। ਕਾਫੀ ਜਿਹੜੇ ਸਟੂਡੈਂਟਾਂ ਦੇ ਫੋਨ ਵਗੈਰਾ ਆਏ ਸੀਗੇ ਕਿ ਜਿਹੜਾ ਹੈਗਾ ਇਸ ਉੱਪਰ ਜਿਹੜੀ ਹੈਗੀ ਹੈ ਵੀਡੀਓ ਬਣਾਈ ਜਾਵੇ। ਇਹ ਜਿਹੜਾ ਟੋਟਲੀ ਪਾਰਟ ਜਿਹੜਾ ਹੈਗਾ ਸੈਕੋ ਦਾ ਜੀ, ਅਤੇ ਆਪਾਂ ਜੋ ਉਸ ਦੇ ਮੁੱਦੇ ਨਜ਼ਰ ਰੱਖਦੇ ਹੋ ਕਿ ਆਪਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਲਗਭਗ 6 ਤੋਂ 7 ਕਲਾਸਾਂ ਦੇ ਵਿੱਚ ਜਿਹੜੀ ਹੈਗੀ ਆ ਤੁਹਾਡੀ ਐਜੂਕੇਸ਼ਨ ਪਾਲਿਸੀ ਨੈਸ਼ਨਲ ਐਜੂਕੇਸ਼ਨ ਰਾਸ਼ਟਰੀ ਸਿੱਖਿਆ ਨੀਤੀ ਜਿਹੜੀ ਹੈਗੀ ਆ ਕੰਪਲੀਟ ਹੋ ਜਾਵੇਗੀ। ਤਾਂ ਜਿਹੜੀ ਇਹ ਸਾਰੀ ਟੋਟਲੀ ਜਿਹੜਾ ਸੈਸ਼ਨ ਰਹੂਗਾ ਉਹ ਪੰਜਾਬੀ ਦੇ ਵਿੱਚ ਰਹੂਗਾ, ਅਤੇ ਸਭ ਤੋਂ ਵੱਧ ਮੈਂ ਜਿਹੜਾ ਹੈਗਾ ਇਹ ਸਫੀਸ਼ੈਂਟ ਜਿਹੜਾ ਕਲਾਸ ਰਹੂਗੀ ਉਹ ਐਨਟੀਟੀ ਟੀਚਰਾਂ ਦੇ ਲਈ ਰਹੂਗੀ। ਜਿਹੜੇ ਐਨਟੀਟੀ ਟੀਚਰ ਜਿਹੜੇ ਹੈਗੇ ਆ ਇਹਨਾਂ ਦੀ ਤਿਆਰੀ ਕਰ ਰਹੇ ਨੇ, ਇਹਨਾਂ ਦੀ 8283 ਜਿਹੜੀਆਂ ਪੋਸਟਾਂ ਨਿਕਲੀਆਂ ਉਹਨਾਂ ਵਾਸਤੇ ਜਿਹੜਾ ਹੈਗਾ 15 ਤੋਂ 20 ਨੰਬਰ ਦਾ ਜਿਹੜਾ ਹੈਗਾ ਇਹ ਟੌਪਿਕ ਆਵੇਗਾ। ਕਰੰਟ ਦੇ ਲਈ ਵੀ ਇਹ ਟੌਪਿਕ, ਕਰੰਟ ਦੇ ਵਿੱਚ ਵੀ ਇਹ ਟੌਪਿਕ ਹੈਗਾ ਗਾ, ਤਾਂ ਕਰੰਟ ਅਫੇਅਰ ਦੇ ਵੀ ਕਿਤੇ ਨਾ ਕਿਤੇ ਇਹ ਚੀਜ਼ਾਂ ਦੇ ਵਿੱਚੋਂ ਕੁਐਸਚਨ ਦੇਖਣ ਨੂੰ ਮਿਲਣਗੇ। ਚਲੋ ਜੀ ਆਪਾਂ ਸੈਸ਼ਨ ਵੱਲ ਵਧਦੇ ਹਾਂ, ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਕੀ ਹੈ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਜਿਹਨੂੰ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਨਾਮ ਨਾਲ ਜਾਣਿਆ ਜਾਂਦਾ ਗਾ, ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ ਲਈ ਕਹਿੰਦਾ ਵੀ ਨਵੀਂ ਪਾਲਿਸੀ ਬਣਾਈ ਗਈ ਹੈ ਇਸ ਦੁਆਰਾ ਕਿ ਉਸ ਨੂੰ ਕੀ ਕਹਿੰਦੇ ਆ, ਰਾਸ਼ਟਰੀ ਸਿੱਖਿਆ ਨੀਤੀ 2020। ਰਾਸ਼ਟਰੀ ਸਿੱਖਿਆ ਨੀਤੀ ਕਹਿੰਦਾ ਕੀ ਹੈ, ਕਹਿੰਦਾ ਵੀ ਰਾਸ਼ਟਰੀ ਸਿੱਖਿਆ ਨੀਤੀ 2020 ਜਿਹੜਾ ਹੈਗਾ ਨਵੇਂ ਭਾਰਤ ਦਾ ਨੀਂਹ ਰੱਖੇਗੀ ਜਾਂ ਨਿਰਮਾਣ ਕਰੇਗੀ, ਕਿਉਂਕਿ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਹੈ ਉਹਦੇ ਵਿੱਚ ਕੀ ਹੈ ਨਵਾਂ ਸੁਧਾਰ ਲਿਆਤਾ ਜਾਵੇਗਾ। ਜੇਕਰ ਬੱਚੇ ਪੜ੍ਹਨਗੇ ਤਾਂ ਹੀ ਦੇਸ਼ ਦਾ ਡਿਵੈਲਪਮੈਂਟ ਹੋਵੇਗੀ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਿ 2020 ਦੇ ਵਿੱਚ ਜਿਹੜੀ ਰਾਸ਼ਟਰੀ ਸਿੱਖਿਆ ਨੀਤੀ ਜਿਹੜੀ ਲਿਆਤੀ ਗਈ ਹੈ, ਨੈਸ਼ਨਲ ਐਜੂਕੇਸ਼ਨ ਪਾਲਿਸੀ ਜਿਹੜੀ ਲਿਆਤੀ ਗਈ ਹੈ, ਉਹ ਕੀ ਕਰੂਗੀ, ਨਵੇਂ ਭਾਰਤ ਦੀ ਇੱਕ ਨਿਰਮਾਣ ਕਰੂਗੀ। ਦੂਸਰਾ ਪੁਆਇੰਟ ਇਹਦੇ ਵਿੱਚ ਕੀ ਲਿਖਿਆ ਹੋਇਆ ਕਿ ਭਾਰਤ ਵਿੱਚ ਪਹਿਲੀ ਵਾਰ ਰਾਸ਼ਟਰੀ ਸਿੱਖਿਆ ਨੀਤੀ ਜਿਹੜੀ ਹੈਗੀ ਹੈ 1968 ਵਿੱਚ ਇੰਦਰਾ ਗਾਂਧੀ ਦੇ ਸਮੇਂ ਸ਼ੁਰੂ ਕੀਤੀ ਗਈ ਸੀ। ਆਹ ਪੁਆਇੰਟ ਬਹੁਤ ਹੀ ਇੰਪੋਰਟੈਂਟ ਹੈ ਜੀ। ਪਹਿਲੀ ਵਾਰ ਜਿਹੜੀ ਹੈਗੀ ਹੈ ਰਾਸ਼ਟਰੀ ਸਿੱਖਿਆ ਨੀਤੀ ਜਿਹੜੀ ਹੈਗੀ ਹੈ 1968 ਦੇ ਵਿੱਚ ਇੰਦਰਾ ਗਾਂਧੀ ਦੇ ਸਮੇਂ ਜਿਹੜੀ ਹੈਗੀ ਹੈ ਇਹ ਰਾਸ਼ਟਰੀ ਸਿੱਖਿਆ ਸ਼ੁਰੂ ਕੀਤੀ ਗਈ ਸੀਗੀ। ਤਾਂ ਉਹ ਸਭ ਤੋਂ ਪਹਿਲਾ ਪੀਰੀਅਡ ਸੀਗਾ ਜਿਹੜਾ ਰਾਸ਼ਟਰੀ ਸਿੱਖਿਆ ਨੀਤੀ ਨੂੰ ਲਿਆਤਾ ਗਿਆ ਸੀਗਾ ਪੂਰੇ ਭਾਰਤ ਦੇ ਵਿੱਚ। ਦੂਸਰਾ ਕੀ ਹੈ ਕਿ ਦੂਜੀ ਵਾਰ ਜਿਹੜੀ ਇਹ ਪਹਿਲੀ ਵਾਰ ਸੀਗਾ, ਇਹ ਪਹਿਲੀ ਵਾਰ ਸੀ, ਅਤੇ ਦੂਜੀ ਵਾਰ ਜਿਹੜਾ ਹੈਗਾ ਜੀ ਭਾਰਤ ਵਿੱਚ ਦੂਜੀ ਵਾਰ ਰਾਸ਼ਟਰੀ ਸਿੱਖਿਆ ਨੀਤੀ 1986 ਦੇ ਵਿੱਚ ਆਈ ਸੀ। 1986 ਦੇ ਵਿੱਚ ਆਈ ਸੀਗੀ ਰਾਜੀਵ ਗਾਂਧੀ, ਇੱਥੇ ਲਿਖ ਲਓ ਜੀ ਰਾਜੀਵ ਗਾਂਧੀ ਦੇ ਸਮੇਂ, ਠੀਕ ਹੈ, ਰਾਜੀਵ ਗਾਂਧੀ। ਰਾਜੀਵ ਗਾਂਧੀ ਦੇ ਸਮੇਂ ਕੀ ਹੋਇਆ ਸੀਗਾ 1986 ਦੇ ਵਿੱਚ ਦੂਸਰੀ ਰਾਸ਼ਟਰੀ ਸਿੱਖਿਆ ਨੀਤੀ ਲੈ ਕੇ ਆਏ ਸੀਗੇ। ਹੁਣ ਜਿਹੜੀ ਚੱਲਦੀ ਹੈ, ਹੁਣ ਜਿਹੜੀ ਤੀਸਰੀ ਭਾਰਤ ਵਿੱਚ ਤੀਜੀ ਰਾਸ਼ਟਰੀ ਸਿੱਖਿਆ ਨੀਤੀ ਜਿਹੜੀ ਹੈਗੀ ਹੈ ਲਾਗੂ ਕਰ ਦਿੱਤੀ ਗਈ ਹੈ। ਤਾਂ ਉਹ ਕਿਹਦੇ ਦੁਆਰਾ ਕੀਤੀ ਗਈ ਹੈ ਜੀ, ਨਰਿੰਦਰ ਮੋਦੀ ਦੁਆਰਾ। ਨਰਿੰਦਰ ਮੋਦੀ ਦੁਆਰਾ ਜਿਹੜੀ ਹੈਗੀ ਆ ਰਾਸ਼ਟਰੀ ਸਿੱਖਿਆ ਨੀਤੀ 2020 ਦੀ ਲਾਗੂ ਕਰ ਦਿੱਤੀ ਹੈ। ਇਹ ਜ਼ਰੂਰ ਯਾਦ ਰੱਖਿਓ ਕਿ ਜਿਹੜੀ ਹੈਗੀ ਹੈ 1986 ਤੋਂ ਬਾਅਦ 1986 ਤੋਂ ਬਾਅਦ 2020 ਦੇ ਵਿੱਚ ਜਿਹੜੀ ਹੈਗੀ ਹੈ ਇਹ ਨੀਤੀ ਆਈ ਸੀ। ਤਾਂ ਇਹ ਕਿੰਨੇ ਸਾਲਾਂ ਬਾਅਦ ਆਈ ਹੈ, ਘੱਟੋ ਘੱਟ 34-35 ਸਾਲਾਂ ਬਾਅਦ ਜਿਹੜੀ ਹੈਗੀ ਹੈ ਇਹ ਜਿਹੜੀ ਸਿੱਖਿਆ ਨੀਤੀ ਹੈ ਦੁਬਾਰਾ ਰੀਐਸਟੈਬਲਿਸ਼ ਕੀਤੀ ਗਈ ਹੈ ਜਾਂ ਦੁਬਾਰਾ ਬਣਾਈ ਗਈ ਹੈ। ਤਾਂ ਜ਼ਰੂਰ ਯਾਦ ਰੱਖਿਓ ਕਿ ਭਾਰਤ ਵਿੱਚ ਤੀਜੀ ਜਿਹੜੀ ਰਾਸ਼ਟਰੀ ਸਿੱਖਿਆ ਨੀਤੀ ਹੈ 2020 ਦੇ ਵਿੱਚ ਨਰਿੰਦਰ ਮੋਦੀ ਦੁਆਰਾ ਲਿਆਤੀ ਗਈ ਹੈ ਜੀ। ਤਾਂ ਤਿੰਨੇ ਜਿਹੜੇ ਕੁਐਸਚਨ ਹੈ ਮੋਸਟ ਮੋਸਟ ਇੰਪੋਰਟੈਂਟ ਕੁਐਸਚਨ ਬਣਨਗੇ ਜੀ, ਅਤੇ ਇਹਨਾਂ ਨੂੰ ਜ਼ਰੂਰ ਯਾਦ ਰੱਖਿਓ। ਅਗਲਾ ਪੁਆਇੰਟ ਕੀ ਕਹਿੰਦਾ, ਕਹਿੰਦਾ ਭਾਰਤ ਵਿੱਚ 2020 ਦੀ ਰਾਸ਼ਟਰੀ ਸਿੱਖਿਆ ਨੀਤੀ ਦਾ ਜਿਹੜਾ ਚੇਅਰਮੈਨ ਨਿਯੁਕਤ ਕੀਤਾ ਗਿਆ ਤਾਂ ਉਹ ਕੌਣ ਹੈ ਜੀ, ਕਸਤੂਰੀ ਨੰਦਨ ਨੂੰ ਜਿਹੜਾ ਹੈਗਾ ਜੀ ਇਸ ਦਾ ਚੇਅਰਮੈਨ ਬਣਾਇਆ ਗਿਆ ਜੀ। ਬਹੁਤ ਜ਼ਰੂਰੀ ਹੈ ਇਹ ਵੀ ਆਪਣੇ ਵਾਸਤੇ ਕਿ ਭਾਰਤ ਵਿੱਚ 2020 ਦੀ ਜਿਹੜੀ ਰਾਸ਼ਟਰੀ ਸਿੱਖਿਆ ਨੀਤੀ ਹੈ ਉਹਦਾ ਜਿਹੜਾ ਚੇਅਰਮੈਨ ਹੈ ਤਾਂ ਉਹ ਕਸਤੂਰੀ ਰੰਜਨ ਨੂੰ ਬਣਾਇਆ ਗਿਆ ਜੀ, ਕਸਤੂਰੀ ਰੰਜਨ। ਤਾਂ ਜ਼ਰੂਰ ਯਾਦ ਰੱਖਿਓ ਜੀ। ਅਤੇ ਕਸਤੂਰੀ ਰੰਜਨ ਕੀ ਹੈ, ਇਹਦੇ ਚੇਅਰਮੈਨ ਬਣਾਏ ਗਏ ਨੇ। ਤੇ ਤਾਂ ਭਾਰਤ ਵਿੱਚ ਜਿਹੜੇ ਰਾਸ਼ਟਰੀ ਸਿੱਖਿਆ ਨੀਤੀ 2020 ਦਾ ਬਦਲਾਵ ਕੀਤਾ ਗਿਆ ਜਿਸ ਵਿੱਚ ਸਕੂਲਾਂ ਦੇ ਵਿੱਚ ਹਾਈ ਸਕੂਲ ਨੂੰ ਜੋੜਿਆ ਗਿਆ। ਦੇਖੋ ਇਹਦੇ ਵਿੱਚ ਕਹਿਣ ਦਾ ਮਤਲਬ ਕੀ ਹੈ,
ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਜਾਂ ਕਿਹੜੇ-ਕਿਹੜੇ ਰਿਫਾਰਮ ਕੀਤੇ ਗਏ ਨੇ ਉਹ ਚੀਜ਼ ਦੱਸੀਆਂ ਗਈਆਂ ਨੇ ਕਿ ਸਕੂਲੀ ਸਿੱਖਿਆ, ਪਹਿਲੀ ਗੱਲ ਤਾਂ ਕੀ ਹੈ ਕਿ ਇਹਦੇ ਵਿੱਚ ਸਕੂਲੀ ਸਿੱਖਿਆ ਲੈਤੀ ਗਈ ਹੈ ਤੇ ਹਾਇਰ ਸਿੱਖਿਆ ਨੂੰ ਇਹਦੇ ਵਿੱਚ ਜੋੜਿਆ ਗਿਆ। ਆਪਾਂ ਅੱਗੇ ਸੈਸ਼ਨ ਦੇ ਵਿੱਚ ਤੁਹਾਨੂੰ ਕਲੀਅਰ ਹੁੰਦਾ ਜਾਊਗਾ, ਠੀਕ ਹੈ, ਸਕੂਲ ਐਜੂਕੇਸ਼ਨ ਕੀ ਹੈ ਤੇ ਹਾਇਰ ਐਜੂਕੇਸ਼ਨ ਕੀ ਹੈ, ਉਹ ਸਾਰੀਆਂ ਆਪਾਂ ਡਿਸਕਸ ਕਰਾਂਗੇ ਜੀ। ਉਸ ਤੋਂ ਬਾਅਦ ਕੀ ਹੈ ਕਿ ਰਾਸ਼ਟਰੀ ਸਿੱਖਿਆ ਨੀਤੀ ਜਿਹੜੀ ਹੈਗੀ ਆ ਪ੍ਰੋਪਰਲੀ ਭਾਰਤ ਦੇ ਵਿੱਚ 2020 ਦੇ ਵਿੱਚ ਕਦੋਂ ਲਾਗੂ ਹੋਈ ਸੀ, ਤਾਂ ਭਾਰਤ ਵਿੱਚ ਰਾਸ਼ਟਰੀ ਸਿੱਖਿਆ ਨੀਤੀ 27 ਜੁਲਾਈ 2020 ਨੂੰ ਲਾਗੂ ਕਰ ਦਿੱਤੀ ਗਈ ਸੀ ਨਰਿੰਦਰ ਮੋਦੀ ਦੇ ਦੁਆਰਾ। ਇਹ ਜ਼ਰੂਰ ਯਾਦ ਰੱਖਿਓ ਪੂਰੀ ਡੇਟ, ਜੇ ਤੁਹਾਨੂੰ ਪੁੱਛ ਲਈ ਜਾਵੇ ਪੇਪਰ ਦੇ ਵਿੱਚ ਤਾਂ ਆਪ ਪੂਰੀ ਡੇਟ ਜਿਹੜੀ ਹੈਗੀ ਆ ਤਾਂ ਜ਼ਰੂਰ ਯਾਦ ਰੱਖਿਓ ਕਿ ਰਾਸ਼ਟਰੀ ਸਿੱਖਿਆ ਨੀਤੀ ਨੂੰ 27 ਜੁਲਾਈ 2020 ਦੇ ਵਿੱਚ ਭਾਰਤ ਵਿੱਚ ਲਾਗੂ ਕਰ ਦਿੱਤਾ ਗਿਆ ਸੀਗਾ। ਤਾਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਨਵੀਂ ਨੀਤੀ ਜੋ ਹੋਵੇਗੀ ਉਹਨੂੰ ਕੀ ਹੋਊਗਾ, ਵਾਰਤਾਲਾਪ ਡਿਸਕਸ਼ਨ ਬੇਸ ਹੋਵੇਗੀ। ਜਿਹੜੀ ਨਵੀਂ ਨੀਤੀ ਜਿਹੜੀ ਅਪਣਾਈ ਜਾ ਰਹੀ ਹੈ, ਨਵੀਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਬਣਾਈ ਜਾ ਰਹੀ ਆ, ਉਹ ਪਾਲਿਸੀ ਦੇ ਵਿੱਚ ਨਵੀਂ ਪਾਲਿਸੀ ਕੀ ਹੋਵੇਗੀ, ਕਹਿੰਦੇ ਜਿਹੜੀ ਟੋਟਲੀ ਜਿਹੜੀ ਸਿੱਖਿਆ ਹੋਵੇਗੀ ਉਹ ਵਾਰਤਾਲਾਪ ਜਾਂ ਡਿਸਕਸ਼ਨ ਬੇਸ ਦੇ ਉੱਪਰ ਹੋਵੇਗੀ। ਦੂਸਰਾ ਅਗਲਾ ਪੁਆਇੰਟ ਕੀ ਹੈ, ਜਿਹੜੀ ਨਵੀਂ ਨੀਤੀ ਇਸ ਦੇ ਵਿੱਚ ਅਪਣਾਈ ਜਾ ਰਹੀ ਆ ਉਹ ਪੂਰੀ ਹੀ ਕੀ ਹੋਊਗੀ, ਇਨਕੁਆਇਰੀ ਬੇਸਡ ਹੋਊਗੀ। ਨਵੀਆਂ ਨੀਤੀਆਂ ਤੇ ਪ੍ਰੈਕਟੀਕਲ ਬੇਸਡ ਹੋਣਗੀਆਂ, ਮਤਲਬ ਕਿ ਇਨਕੁਆਇਰੀ ਬਸ ਜਿਹੜੀ ਨਵੀਂ ਨੀਤੀ ਜਿਹੜੀ ਅਪਣਾਈ ਜਾ ਰਹੀ ਹੈ ਜਾਂ ਨਵੀਂ ਪਾਲਿਸੀ ਜਿਹੜੀ ਅਪਣਾਈ ਜਾ ਰਹੀ ਹੈ ਉਹ ਕਿਹੜੀ ਬੇਸ ਹੋਊਗੀ, ਇਨਕੁਆਇਰੀ ਬੇਸਡ ਹੋਊਗੀ। ਟੋਟਲੀ ਚੀਜ਼ਾਂ ਜਿਹੜੀਆਂ ਹੈਗੀਆਂ ਪ੍ਰੈਕਟੀਕਲ ਕਰਕੇ ਬੱਚਿਆਂ ਨੂੰ ਸਿਖਾਇਆ ਜਾਵੇਗਾ। ਇਹ ਨਵੀਂ ਨੀਤੀ ਦੇ ਵਿੱਚ, ਨਵੀਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਵਿੱਚ ਲਿਆਤਾ ਗਿਆ ਗਾ। ਤਾਂ ਉਸ ਤੋਂ ਬਾਅਦ ਕੀ ਸੀਗਾ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਦੌਰਾਨ ਮਲਟੀਪਲ ਤਰੀਕਿਆਂ ਦੇ ਨਾਲ ਬੱਚਾ, ਠੀਕ ਹੈ, ਸ਼ਾਮਲ ਹੋ ਸਕਦਾ ਤੇ ਮਲਟੀਪਲ ਤਰੀਕਿਆਂ ਦੇ ਨਾਲ ਬੱਚਾ ਬਾਹਰ ਨਿਕਲ ਸਕਦਾ। ਕਹਿਣ ਦਾ ਮਤਲਬ ਕੀ ਹੈ ਕਿ ਜਿਹੜੀ ਨਵੀਂ ਪਾਲਿਸੀ ਬਣਾਈ ਆ, ਹੁਣ ਕੀ ਸੀਗਾ 10ਵੀਂ ਤੋਂ ਬਾਅਦ ਆਪਾਂ ਨੂੰ ਟ੍ਰੇਡ ਯੂਜ਼ ਕਰਨੀ ਪੈਂਦੀ ਸੀ, ਕਮਰਸ, ਵੋਕੇਸ਼ਨਲ ਆਰਟਸ ਜਿਹੜਾ ਹੈਗਾ, ਇੱਦਾਂ ਦਾ ਹੁਣ ਸਿਸਟਮ ਨਹੀਂ ਹੋਊਗਾ। ਬੱਚਾ ਜਦੋਂ +1 ਦੇ ਵਿੱਚ ਹੋਵੇਗਾ ਤਾਂ ਮਲਟੀਪਲ ਤਰੀਕੇ ਹੋਣਗੇ, ਮਲਟੀਪਲ ਚੋਇਸਾਂ ਹੋਣਗੀਆਂ, ਉਹਦੇ ਵਿੱਚ ਕੀ ਇੰਟਰ ਹੋਣ ਦੀਆਂ, +2 ਜਾਂ +1 +2 ਕਰਨ ਦੀਆਂ, ਤੇ ਮਲਟੀਪਲ ਜਿਹੜੇ ਹੈਗੇ ਉਹਦੇ ਕੋਲ ਤਰੀਕੇ ਹੋਣਗੇ, ਉਹ ਗਾਹਾਂ ਜਾ ਕੇ ਕਿਹੜੀ ਟ੍ਰੇਡ ਚੁਣਨਾ ਚਾਹੁੰਦਾ। ਇਸ ਚੀਜ਼ਾਂ ਜਿਹੜੀਆਂ ਹੈਗੀਆਂ ਇਸ ਪਾਲਿਸੀ ਦੇ ਵਿੱਚ ਲਿਆਤੀਆਂ ਗਈਆਂ ਨੇ। ਤਾਂ ਸਕੂਲਾਂ ਵਿੱਚ ਕਿਹੜੀਆਂ ਚੀਜ਼ਾਂ ਦਾ ਸੁਧਾਰ ਹੋਇਆ ਜਾਂ ਸਕੂਲਾਂ ਵਿੱਚ ਸਿੱਖਿਆ ਦਾ ਸੁਧਾਰ ਇਸ ਪਾਲਿਸੀ ਦੇ ਦੌਰਾਨ ਕਿਹੜੀਆਂ ਸਕੂਲਾਂ ਦੇ ਵਿੱਚ ਸਿੱਖਿਆ ਦਾ ਸੁਧਾਰ ਕੀਤਾ ਗਿਆ, ਤਾਂ ਉਹ ਇਹ ਹੈ ਕਿ ਇਸ ਨੀਤੀ ਦੇ ਅਨੁਸਾਰ 12ਵੀਂ ਕਲਾਸ ਦੇ ਸਿਸਟਮ ਨੂੰ ਜਿਹੜਾ ਹੈਗਾ ਬਦਲ ਦਿੱਤਾ ਗਿਆ ਤੇ ਨਵਾਂ ਸਿਸਟਮ ਬਣਾਉਣ ਲਈ ਜਿਹੜਾ ਅੰਕੜਾ ਰੱਖਿਆ ਗਿਆ 5+3+3+4 ਦਾ ਬਣਾਇਆ ਗਿਆ। ਮੈਂ ਸਮਝਾਉਂਗਾ ਇਹ ਕੀ ਹੁੰਦਾ ਹੈਗਾ, ਇੱਕ ਚਾਰਟ ਦੇ ਜ਼ਰੀਏ ਆਪਾਂ ਸਮਝਾਂਗੇ ਇੱਕ ਹੁੰਦਾ ਕੀ ਹੈ, ਠੀਕ ਹੈ ਜੀ। ਇਹ ਜਿਹੜੀ ਹੈਗੀ ਆ 12ਵੀਂ ਦੇ ਸਿਸਟਮ ਨੂੰ ਟੋਟਲੀ ਚੇਂਜ ਕਰ ਦਿੱਤਾ ਗਿਆ। ਤਾਂ ਉਹਨਾਂ ਨੇ ਜਿਹੜਾ ਨਵਾਂ ਫਾਰਮੂਲਾ ਜਿਹੜਾ ਹੈਗਾ 5+3+3+4 ਦੇ ਨਾਲ ਇਹਨੂੰ ਬਣਾਇਆ ਗਿਆ ਜੀ। ਤਾਂ ਉਹ ਫਾਰਮੂਲਾ ਕੀ ਹੈ ਜੀ, ਜਿਹੜਾ 5 ਸਾਲ, ਠੀਕ ਹੈ ਜੀ। ਆਪਾਂ ਕਰਿਆ ਸੀ ਕਿਹਾ ਸੀ ਕਿ 5+3+3 ਤੇ +4, ਠੀਕ ਹੈ, ਟੋਟਲ ਬਣਦੇ ਆ 15, ਠੀਕ ਹੈ। ਇਹ ਚੀਜ਼ਾਂ ਨੂੰ ਅੱਜ ਆਪਾਂ ਦੇਖਦੇ ਹਾਂ ਕੀ ਹੈ। 5 ਸਾਲ ਦੂਜੀ ਕਲਾਸ, 5 ਸਾਲ ਦੇ ਵਿੱਚ ਕਹਿੰਦਾ ਵੀ ਦੂਜੀ ਕਲਾਸ, ਇਹ ਇਸ ਸਟੇਜ ਦੇ ਵਿੱਚ ਬੱਚਾ ਜਿਹੜਾ ਹੈਗਾ, ਬੱਚੇ ਦਾ ਮੌਲਿਕ ਪੱਧਰ ਸ਼ੁਰੂ ਹੁੰਦਾ ਹੈ। ਕਹਿਣ ਦਾ ਮਤਲਬ ਕੀ ਹੈ, ਫੰਡਾਮੈਂਟਲ ਸਟੇਜ ਜਿਹੜੀ ਹੈਗੀ ਆ ਬੱਚੇ ਦੀ ਉਹ ਸ਼ੁਰੂ ਹੋ ਜਾਂਦੀ ਹੈ। ਕਿਹੜੇ ਦੇ ਵਿੱਚ, 5 ਸਾਲ ਜਾਂ ਦੂਜੀ ਕਲਾਸ ਦੇ ਵਿੱਚ, ਠੀਕ ਹੈ ਜੀ। ਇਹ ਜ਼ਰੂਰ ਯਾਦ ਰੱਖਿਓ ਕਿਉਂਕਿ ਪਹਿਲਾਂ ਨਰਸਰੀ ਹੁੰਦੀ ਹੈ, ਫਿਰ ਪ੍ਰੀ ਨਰਸਰੀ, ਪਹਿਲੀ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਕਿਹਾ ਜਾਵੇ ਪਹਿਲੀ ਕੱਚੀ, ਪਹਿਲੀ ਪੱਕੀ, ਫਿਰ ਉਸ ਤੋਂ ਬਾਅਦ ਪਹਿਲੀ ਕਲਾਸ, ਦੂਜੀ ਕਲਾਸ, ਹੈ ਨਾ। ਉਹ ਚੀਜ਼ਾਂ ਦੇ ਦੱਸਿਆ ਗਈਆਂ ਨੇ ਕਿ 5ਵੀਂ ਕਲਾਸ ਦੇ ਵਿੱਚ ਕੀ ਹੈ, ਦੂਜੀ ਕਲਾਸ ਦੇ ਵਿੱਚ ਬੱਚਾ ਹੁੰਦਾ ਹੈਗਾ। ਤਾਂ ਉਹਦੇ ਵਿੱਚ ਕੀ ਹੈ ਕਿ ਬੱਚੇ ਦਾ ਇਸ ਸਟੇਜ ਦੇ ਵਿੱਚ ਬੱਚੇ ਦਾ ਜਿਹੜਾ ਹੈਗਾ ਮੌਲਿਕ ਪੱਧਰ ਸ਼ੁਰੂ ਹੋ ਜਾਂਦਾ ਹੈ। ਤਾਂ ਦੂਸਰਾ ਪੁਆਇੰਟ ਕੀ ਕਹਿੰਦਾ ਕਿ ਇਸ ਸਟੇਜ ਦੇ ਵਿੱਚ ਬੱਚਾ ਜਿਹੜੀਆਂ ਸਾਰੀਆਂ ਗਤੀਵਿਧੀਆਂ ਨੂੰ, ਠੀਕ ਹੈ, ਜਿਵੇਂ ਖੇਡਣਾ, ਸਿੱਖਣਾ, ਬੋਲਣਾ, ਸਿੱਖਣਾ ਆਦਿ ਚੀਜ਼ਾਂ ਨੂੰ ਸਿੱਖ ਜਾਂਦਾ ਹੈਗਾ। ਤੇ ਇਹ ਚੀਜ਼ ਜ਼ਰੂਰ ਯਾਦ ਰੱਖਿਓ ਕਿ 5 ਸਾਲ ਦੂਜੀ ਕਲਾਸ ਦੇ ਵਿੱਚ ਬੱਚਾ ਜਿਹੜਾ ਹੁੰਦਾ ਹੈਗਾ ਇਸ ਸਟੇਜ ਦੇ ਵਿੱਚ ਸਾਰੀਆਂ ਗਤੀਵਿਧੀਆਂ ਜਿਵੇਂ ਖੇਡਣਾ, ਬੋਲਣਾ, ਸਿੱਖਣਾ ਆਦਿ ਨੂੰ ਪੂਰੀ ਤਰ੍ਹਾਂ ਤੇ ਉਹ ਜਾਣ ਜਾਂਦਾ ਜਾਂ ਸਿੱਖ ਜਾਂਦਾ ਹੈਗਾ। ਇਹ ਬੱਚਾ ਨੰਬਰ 3 ਕੀ ਕਹਿੰਦਾ, ਬੱਚਾ ਇਸ ਸਟੇਜ ਦੇ ਵਿੱਚ ਮਾਤ ਭਾਸ਼ਾ ਜਿਹੜਾ ਹੈਗਾ, ਮਾਤਰ ਭਾਸ਼ਾ ਜਿਹੜੀ ਆਪਣੀ ਹੁੰਦੀ ਹੈ ਉਸ ਦੇ ਵਿੱਚ ਸਭ ਤੋਂ ਪਹਿਲਾਂ ਸਿੱਖਦਾ। ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਇੱਥੋਂ ਕਿ ਬੱਚਾ ਜਦੋਂ
ਸਭ ਤੋਂ ਪਹਿਲਾਂ ਕਿਹੜੀ ਭਾਸ਼ਾ ਸਿੱਖਦਾ ਹੈ ਤਾਂ ਆਪਣੀ ਮਾਤਰ ਭਾਸ਼ਾ ਨੂੰ ਸਿੱਖਿਆ ਜਾਂਦਾ ਹੈ। ਜਦੋਂ ਆਪਾਂ ਪੰਜਾਬੀ ਲੈਂਗੁਏਜ ਦੇ ਵਿੱਚ ਇੱਕ ਮੇਰਾ ਪਹਿਲਾ ਸੈਸ਼ਨ ਰਿਹਾ ਸੀ ਕਿ ਆਪਾਂ ਮਾਤਰ ਭਾਸ਼ਾ ਕੀ ਹੈ, ਆਪਣੇ ਪਰਿਵਾਰ ਦੇ ਵਿੱਚੋਂ ਜੋ ਭਾਸ਼ਾ ਆਪਾਂ ਨੂੰ ਭਾਸ਼ਾ ਦਾ ਗਿਆਨ ਹੁੰਦਾ ਉਸੇ ਨੂੰ ਹੀ ਮਾਤਰ ਭਾਸ਼ਾ ਕਿਹਾ ਜਾਂਦਾ। ਤੇ ਮਾਤਰ ਭਾਸ਼ਾ ਆਪਣਾ ਸਭ ਤੋਂ ਪਹਿਲਾਂ ਬੱਚਾ ਕੀ ਕਰਦਾ ਹੈਗਾ ਜੀ, ਸਿੱਖਦਾ। ਅੱਗੇ ਕੀ ਹੈ ਜੀ, ਅਗਲਾ ਜਿਹੜਾ ਹੈਗਾ 3 ਸਾਲ, ਦੂਸਰਾ ਸੀਗਾ 3 ਸਾਲ 5ਵੀਂ ਕਲਾਸ। ਇਸ ਸਟੇਜ ਵਿੱਚ ਬੱਚਾ ਜਿਹੜਾ ਪ੍ਰਬੰਧਕ ਪੱਧਰ ਨੂੰ ਸਿੱਖ ਜਾਂਦਾ ਹੈਗਾ। ਦੂਸਰਾ ਕੀ ਹੈ, ਇਸ ਸਟੇਜ ਦੇ ਵਿੱਚ 2 ਵੇ ਕਮਿਊਨੀਕੇਸ਼ਨ ਤੇ ਇਨਫੋਰਮੇਸ਼ਨ ਟੈਕਨੋਲੋਜੀ ਸਿੱਖਣਾ ਸ਼ੁਰੂ ਕਰ ਦਿੰਦਾ ਹੈਗਾ। ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਲਿਆਤੀ ਗਈ ਹੈ ਉਹਨਾਂ ਵਿੱਚ ਸਰਕਾਰ ਨੇ ਇਹ ਗੱਲ ਕਹੀ ਹੈਗੀਆਂ ਕਿ ਜਿਹੜੀਆਂ 6ਵੀਂ ਕਲਾਸ ਤੋਂ ਲੈ ਕੇ 12, ਦੇਖੋ ਪਹਿਲਾਂ ਹੁੰਦਾ ਸੀਗਾ 9ਵੀਂ 10ਵੀਂ 11ਵੀਂ ਤੇ 12ਵੀਂ ਕਲਾਸ ਨੂੰ ਕੀ ਸੀਗਾ, ਨਵੀਂ ਜਿਹੜੀ ਐਜੂਕੇਸ਼ਨ ਪਾਲਿਸੀ ਦੇ ਵਿੱਚ ਜੋੜਿਆ ਗਿਆ ਸੀਗਾ। ਜਿਵੇਂ ਕਿ ਉਹਨਾਂ ਨੂੰ ਵੋਕੇਸ਼ਨਲ ਟ੍ਰੇਨਿੰਗ ਦਿੱਤੀ ਜਾਂਦੀ ਸੀ, ਕੰਪਿਊਟਰ ਦਾ ਵੋਕੇਸ਼ਨਲ ਕੋਰਸ ਜਿਹੜੇ ਹੈਗੇ ਆ ਉਹਨਾਂ ਨੂੰ ਕਰਵਾਏ ਜਾਂਦੇ ਸੀਗੇ। ਤੇ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦੇ ਦੌਰਾਨ ਇਹਨਾਂ ਨੂੰ ਕੀ ਕੀਤਾ ਗਿਆ, 6ਵੀਂ ਕਲਾਸ ਤੋਂ ਹੀ ਕੀ ਕੀਤਾ ਗਿਆ ਜੀ, ਵੋਕੇਸ਼ਨਲ ਐਜੂਕੇਸ਼ਨ ਪ੍ਰੋਵਾਈਡ ਕਰਵਾ ਦਿੱਤੀ ਗਈ ਸਰਕਾਰ ਨੇ। ਇਹ ਅੱਗੇ ਆਪਾਂ ਡਿਸਕਸ ਵੀ ਕਰਾਂਗੇ। ਤਾਂ 3 ਸਾਲ 5ਵੀਂ ਕਲਾਸ ਤੱਕ ਬੱਚਾ ਇਸ ਸਟੇਜ ਵਿੱਚ 2 ਵੇ ਕਮਿਊਨੀਕੇਸ਼ਨ ਜਿਹੜਾ ਹੈਗਾ ਸਿੱਖ ਜਾਂਦਾ ਤੇ ਇਨਫੋਰਮੇਸ਼ਨ ਟੈਕਨੋਲੋਜੀ ਨੂੰ ਸਿੱਖਣਾ ਸ਼ੁਰੂ ਕਰ ਦਿੰਦਾ ਹੈਗਾ। ਤੇ ਇਹ ਚੀਜ਼ ਬਹੁਤ ਹੀ ਜ਼ਰੂਰੀ ਆ ਆਪਣੇ ਵਾਸਤੇ ਯਾਦ ਰੱਖਣਾ। ਨੰਬਰ 3 ਕੀ ਹੈ, ਇਸ ਸਟੇਜ ਵਿੱਚ ਬੱਚੇ ਦੀ ਡਿਸਕਵਰੀ ਬੇਸਡ ਹੁੰਦੀ ਹੈ। ਡਿਸਕਵਰੀ ਬੇਸਡ ਦਾ ਮਤਲਬ ਕੀ ਹੈ ਕਿ ਬੱਚੇ ਨੂੰ ਇਸ ਸਟੇਜ ਦੇ ਵਿੱਚ ਪਿਕਚਰਾਂ ਜਿਹੜਾ ਹੈਗਾ, ਪਿਕਚਰਾਂ ਦੇ ਥਰੂ ਹਰ ਇੱਕ ਕੰਮ ਜਾਂ ਉਹਨਾਂ ਨੂੰ ਸਟੱਡੀ ਕਰਵਾਈ ਜਾਂਦੀ ਹੈ, ਜਿਸ ਕਾਰਨ ਉਹਨਾਂ ਦੀ ਜਿਹੜੀ ਹੈਗੀ ਹੈ ਕੈਚਅਪ ਪਾਵਰ ਵੱਧਦੀ ਹੈ। ਕਿਉਂਕਿ ਇੱਕ ਪਿਕਚਰ ਨੂੰ ਯਾਦ ਰੱਖਣਾ ਸੌਖਾ ਹੁੰਦਾ ਹੈ, ਜਿਸ ਕਰਕੇ ਇਹਨਾਂ ਨੂੰ ਇਸ ਸਟੇਜ ਦੇ ਵਿੱਚ ਬੱਚੇ ਨੂੰ ਡਿਸਕਵਰੀ ਬੇਸਡ ਪੜ੍ਹਾਇਆ ਜਾਵੇਗਾ ਨਵੀਂ ਪਾਲਿਸੀ ਦੇ ਦੌਰਾਨ। 3 ਸਾਲ 8ਵੀਂ ਕਲਾਸ ਤੱਕ ਜਦੋਂ ਬੱਚਾ ਜਾਂਦਾ ਹੈਗਾ ਤਾਂ ਇਸ ਸਟੇਜ ਵਿੱਚ ਉਸ ਦਾ ਪੱਧਰ ਜਿਹੜਾ ਹੁੰਦਾ ਮੱਧ ਪੱਧਰ, ਮਿਡਲ ਸਟੇਜ ਬੋਲਦੇ ਜਿਹਨੂੰ, ਮਿਡਲ ਸਟੇਜ ਜਾਂ ਮੱਧ ਪੱਧਰ ਤਾਂ ਸ਼ੁਰੂ ਹੋ ਜਾਂਦਾ ਜੀ। ਇਸ ਸਟੇਜ ਵਿੱਚ ਬੱਚੇ ਦੀ ਪ੍ਰੈਕਟੀਕਲ ਆਧਾਰ ਦੇ ਉੱਪਰ ਆਧਾਰਿਤ ਹੁੰਦੀ ਹੈ। ਪ੍ਰੈਕਟੀਕਲ ਦਾ ਮਤਲਬ ਜਿੰਨੀਆਂ ਵੀ ਉਹਨੂੰ ਐਕਸਪੈਰੀਮੈਂਟ ਕਰਵਾਏ ਜਾਂਦੇ ਨੇ ਜੀ, ਠੀਕ ਹੈ, ਉਹ ਸਟੱਡੀ ਰਿਲੇਟਡ ਹੋਣ, ਉਹ ਖੇਡਣ ਜਾਂ ਗੇਮ ਸਪੋਰਟਸ ਰਿਲੇਟਡ ਹੋਣ, ਉਹਨਾਂ ਨੂੰ ਪ੍ਰੈਕਟੀਕਲ ਬੇਸ ਸਾਰੀਆਂ ਚੀਜ਼ਾਂ ਸਮਝਾਈਆਂ ਜਾਂਦੀਆਂ ਨੇ। ਇਹ ਜਿਹੜਾ ਹੈਗਾ 3 ਸਾਲ ਤੇ 8ਵੀਂ ਕਲਾਸ ਦੇ ਵਿੱਚ ਸ਼ੁਰੂ ਹੋ ਜਾਂਦਾ ਹੈਗਾ। ਲਾਸਟ ਜਿਹੜਾ ਹੈਗਾ ਇਹਦੇ ਵਿੱਚ 4 ਸਾਲ 12ਵੀਂ ਕਲਾਸ, 4 ਸਾਲ 12ਵੀਂ ਕਲਾਸ ਦੇ ਵਿੱਚ ਕੀ ਹੁੰਦਾ ਹੈਗਾ ਕਿ ਇਸ ਸਟੇਜ ਵਿੱਚ ਬੱਚਾ ਹਾਇਰ ਅਤੇ ਸੈਕੰਡਰੀ ਕਲਾਸਾਂ ਤੱਕ ਪਹੁੰਚ ਜਾਂਦਾ। ਬਹੁਤ ਹੀ ਇੰਪੋਰਟੈਂਟ ਹੈ, ਕਹਿਣ ਦਾ ਮਤਲਬ 11ਵੀਂ 12ਵੀਂ ਕਲਾਸ ਤੱਕ ਜਿਹੜਾ ਹੈਗਾ ਬੱਚਾ ਉਹ ਇਸ ਸਟੇਜ ਦੇ ਵਿੱਚ ਪਹੁੰਚ ਜਾਂਦਾ ਹੈ। ਤੇ ਇਸ ਸਟੇਜ ਵਿੱਚ ਬੱਚਾ ਅਲੱਗ-ਅਲੱਗ ਭਾਸ਼ਾ ਤੇ ਵਿਸ਼ਿਆਂ ਦਾ ਗਿਆਨ ਜਾਂ ਪੜ੍ਹ ਸਕਦਾ ਹੈ। ਦੇਖੋ ਉਹਦੇ ਵਿੱਚ ਕੀ ਆ, ਆਪਾਂ ਹਿੰਦੀ, ਇੰਗਲਿਸ਼, ਪੰਜਾਬੀ, ਠੀਕ ਹੈ, ਉਦੋਂ ਬਾਅਦ ਸਾਇੰਸ, ਹਰ ਇੱਕ ਸਬਜੈਕਟ ਨੂੰ ਕੀ ਕਰ ਸਕਦੇ ਹਾਂ, ਆਪਾਂ ਸਮਝ ਸਕਦੇ ਹਾਂ, ਹਰ ਇੱਕ ਸਬਜੈਕਟ ਨੂੰ ਅੰਡਰਸਟੈਂਡਿੰਗ ਕਰ ਸਕਦੇ ਹਾਂ, ਠੀਕ ਹੈ ਨਾ। ਤਾਂ ਉਹ ਕਿਹੜੇ ਸਾਲ ਦੇ ਵਿੱਚ ਲੈਤਾ ਗਿਆ, 12ਵੀਂ ਕਲਾਸ, 4 ਸਾਲ ਜਾਂ 12ਵੀਂ ਕਲਾਸ ਦੇ ਵਿੱਚ ਲੈਤਾ ਗਿਆ। ਇਹ ਜਿਹੜੀਆਂ ਪਾਲਿਸੀ ਸੀਗੀਆਂ 5+3+3+4, ਇਹ ਸਾਰੀਆਂ ਪਾਲਿਸੀਆਂ ਜਿਹੜੀਆਂ ਹੈਗੀਆਂ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦੇ ਜ਼ਰੀਏ ਭਾਰਤ ਸਰਕਾਰ ਨੇ ਇਸ ਵਾਰ ਇਸ ਦੇ ਵਿੱਚ ਮੈਂਸ਼ਨ ਕੀਤੀਆਂ ਹੋਈਆਂ ਨੇ। ਤੇ ਇਹ ਆਪਣੇ ਵਾਸਤੇ ਅਤੀ ਜ਼ਰੂਰੀ ਨੇ, ਬਹੁਤ ਜ਼ਰੂਰੀ ਨੇ ਜੀ ਇਹ ਸਾਰੀਆਂ ਪਾਲਿਸੀਆਂ। ਅੱਗੇ ਦੇਖਦੇ ਹਾਂ ਜੀ, ਇਸ ਨੀਤੀ ਦੇ ਅਨੁਸਾਰ 6ਵੀਂ ਤੋਂ ਹੀ ਕੰਪਿਊਟਰ ਦੀ ਕੋਡਿੰਗ ਬੱਚਿਆਂ ਨੂੰ ਸਿਖਲਾਈ ਦਿੱਤੀ ਜਾਵੇਗੀ। ਬਹੁਤ ਹੀ ਜ਼ਰੂਰੀ ਹੈ ਇਹ ਮਹੱਤਵਪੂਰਨ ਪੁਆਇੰਟ। ਪਹਿਲਾਂ ਕੀ ਸੀਗਾ ਕਿ 9ਵੀਂ ਤੋਂ 9ਵੀਂ 10ਵੀਂ 11ਵੀਂ ਤੇ 12ਵੀਂ ਕਲਾਸ ਦੇ ਬੱਚਿਆਂ ਨੂੰ ਕੰਪਿਊਟਰ ਦੇ ਜਿਹੜੇ ਹੈਗੇ ਆ ਸਟੱਡੀ ਕਰਵਾਈ ਜਾਂਦੀ ਸੀ। ਤਾਂ ਹੁਣ ਨਵੀਂ ਐਜੂਕੇਸ਼ਨ ਪਾਲਿਸੀ ਦੇ ਦੌਰਾਨ 6ਵੀਂ ਕਲਾਸ ਦੇ ਬੱਚਿਆਂ ਨੂੰ ਹੀ ਕੰਪਿਊਟਰ ਦੀ ਕੋਡਿੰਗ ਜਿਹੜੀ ਹੈਗੀ ਆ ਉਹਦੀ ਸਿਖਲਾਈ ਦਿੱਤੀ ਜਾਊਗੀ ਜੀ। ਇਸੇ ਨੂੰ ਹੀ 6ਵੀਂ ਕਲਾਸ ਤੋਂ ਹੀ ਵੋਕੇਸ਼ਨਲ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਊਗੀ ਬੱਚਿਆਂ ਨੂੰ, ਤਾਂ ਜੋ ਆਪਣਾ ਜਿਹੜਾ ਹੈਗਾ ਅੱਗੇ ਉਹ ਚੀਜ਼ਾਂ, ਦੇਖੋ ਫੋਰਨ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਨੇ ਕਿ ਬੱਚਾ ਛੋਟੀ ਉਮਰ ਦੇ ਵਿੱਚ ਬੱਚਾ ਜਿਹੜਾ ਹੈਗਾ ਵੈਬ ਡਿਵੈਲਪਿੰਗ, ਸੌਫਟਵੇਅਰ ਇੰਜੀਨੀਅਰ ਬਣ ਜਾਂਦੇ ਨੇ, ਕਿਉਂਕਿ ਉਹ ਛੋਟੀ ਉਮਰ ਦੇ ਵਿੱਚ ਉਹਨਾਂ ਨੂੰ ਉਹ ਚੀਜ਼ਾਂ ਸਿਖਾਈਆਂ ਜਾਂਦੀਆਂ ਨੇ। ਇਹੀ ਨੀਤੀ ਜਿਹੜੀ ਹੈਗੀ ਆ ਭਾਰਤ ਸਰਕਾਰ ਨੇ ਅਪਣਾਈ ਹੈ ਕਿ 6ਵੀਂ ਕਲਾਸ ਦੇ ਜਿਹੜੇ ਬੱਚੇ ਹੋਣਗੇ, ਸਟੂਡੈਂਟ ਹੋਣਗੇ, ਉਹ ਕੰਪਿਊਟਰ ਦੀ ਕੋਡਿੰਗ ਵਗੈਰਾ ਨੂੰ ਸਿੱਖਣ ਤੇ ਆਪਣੀਆਂ ਜਿਹੜੀਆਂ ਡਿਵੈਲਪਮੈਂਟ ਉਹ ਆਪਣਾ ਅੱਗੇ ਜਾ ਕੇ ਇਨ ਫਿਊਚਰ ਦੇ ਵਿੱਚ ਕਰ ਸਕਣ। ਅਗਲਾ ਪੁਆਇੰਟ, ਇਸ ਨੀਤੀ ਅਨੁਸਾਰ ਬੱਚੇ ਸਵੇਰੇ ਦਾ ਖਾਣਾ ਵੀ ਬੱਚਿਆਂ ਨੂੰ ਦਿੱਤਾ ਜਾਵੇਗਾ। ਮਿਡ ਡੇ ਮੀਲ ਜੀ ਦੀ ਗੱਲ ਕਰਦੇ ਹਾਂ ਜੀ। ਮਿਡ ਡੇ ਮੀਲ
ਤਾਂ ਇਹਦੇ ਵਿੱਚ ਕੀ ਸੀਗਾ, ਪਹਿਲਾਂ ਦੁਪਹਿਰ ਦਾ ਖਾਣਾ ਦਿੱਤਾ ਜਾਂਦਾ ਸੀਗਾ। ਤਾਂ ਇਸ ਨੀਤੀ ਦੇ ਅਨੁਸਾਰ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਦੌਰਾਨ ਕੀ ਕੀਤਾ ਜਾਊਗਾ ਕਿ ਬੱਚਿਆਂ ਨੂੰ ਸਵੇਰ ਦਾ ਬ੍ਰੇਕਫਾਸਟ ਪਰੌਂਠੇ ਵਗੈਰਾ ਜਿਹੜੇ ਹੈਗੇ ਬੱਚਿਆਂ ਨੂੰ ਦਿੱਤੇ ਜਾਇਆ ਕਰਨਗੇ ਜੀ। ਉਹ ਤਾਂ ਦੇਖੀ ਜਾਊਗੀ ਪਰੌਂਠੇ ਦੇਣਗੇ ਕਿ ਰੋਟੀਆਂ ਦੇਣਗੇ, ਉਹ ਤਾਂ ਜਦੋਂ ਇਹ ਪਾਲਿਸੀ ਲਾਗੂ ਹੋਊਗੀ ਉਦੋਂ ਪਤਾ ਲੱਗੂਗਾ। ਪਰ ਇਹ ਜ਼ਰੂਰੀ ਹੈ, ਆਪਾਂ ਨੂੰ ਪੁਆਇੰਟ ਪੜ੍ਹਨਾ ਪਵੇਗਾ ਕਿ ਇਸ ਨੀਤੀ ਦੇ ਅਨੁਸਾਰ ਜਾਂ ਇਸ ਪਾਲਿਸੀ ਦੇ ਅਨੁਸਾਰ ਭਾਰਤ ਸਰਕਾਰ ਨੇ ਬੱਚਿਆਂ ਨੂੰ ਸਵੇਰ ਦਾ ਬ੍ਰੇਕਫਾਸਟ ਜਾਂ ਸਵੇਰ ਦਾ ਖਾਣਾ ਜਿਹੜਾ ਹੈਗਾ ਬੱਚਿਆਂ ਨੂੰ ਦਿੱਤਾ ਜਾਵੇਗਾ। ਦੁਪਹਿਰ ਦਾ ਤਾਂ ਮਿਲਦਾ ਹੀ ਮਿਲਦਾ, ਦੁਪਹਿਰ ਦੇ ਨੂੰ ਛੱਡ ਕੇ ਵੀ ਸਵੇਰ ਹੀ ਬੱਚਿਆਂ ਨੂੰ ਜਿਹੜਾ ਹੈਗਾ ਬ੍ਰੇਕਫਾਸਟ ਦਿੱਤਾ ਜਾਵੇਗਾ ਇਸ ਨੀਤੀ ਦੇ ਅਨੁਸਾਰ। ਮੋਸਟ ਇੰਪੋਰਟੈਂਟ ਕੁਐਸਚਨ ਬਣ ਸਕਦਾ ਜੀ, ਜ਼ਰੂਰ ਯਾਦ ਰੱਖਿਓ। ਇਸ ਨੀਤੀ ਦੇ ਅਨੁਸਾਰ 10ਵੀਂ ਅਤੇ 12ਵੀਂ ਦੇ ਪੇਪਰ ਹੋਣਗੇ। ਦੇਖੋ ਬਾਕੀ ਸਾਰੀਆਂ ਕਲਾਸਾਂ ਨੂੰ ਛੱਡ ਕੇ 10ਵੀਂ ਤੇ 12ਵੀਂ ਦੇ ਬੋਰਡ ਦੇ ਇਮਤਿਹਾਨਾਂ ਦੀ ਗੱਲ ਕੀਤੀ ਜਾ ਰਹੀ ਹੈ ਹੋਣਗੇ, ਪਰ ਇਹ ਨਵੀਂ ਨੀਤੀਆਂ ਦੇ ਅਨੁਸਾਰ ਤਬਦੀਲ ਕੀਤਾ ਜਾਊਗਾ ਇਹਨਾਂ ਨੂੰ। ਇਹਨਾਂ ਦੇ ਵਿੱਚ ਜਿਹੜੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਹੈ ਉਹਦੇ ਵਿੱਚ ਕੀ ਆ, 10ਵੀਂ ਅਤੇ 12ਵੀਂ ਦੇ ਬੋਰਡ ਇਮਤਿਹਾਨ ਬੋਰਡ ਦੇ ਪੇਪਰ ਹੋਣਗੇ, ਪਰ ਉਹਨਾਂ ਦੇ ਵਿੱਚ ਕੀ ਹੈ, ਕੁਝ ਚੀਜ਼ਾਂ ਨੂੰ ਤਬਦੀਲ ਜਾਂ ਉਹਨਾਂ ਨੂੰ ਚੇਂਜ ਕੀਤਾ ਜਾਊਗਾ ਸਰਕਾਰ ਦੁਆਰਾ। ਅਗਲਾ ਪੁਆਇੰਟ ਕੀ ਕਹਿੰਦਾ ਹੈਗਾ, ਭਾਰਤ ਸਰਕਾਰ ਦਾ ਨਵਾਂ ਟੀਚਾ ਇਹ ਹੈ ਕਿ 2030 ਤੱਕ ਭਾਰਤ ਦੇ 100% ਬੱਚੇ ਜਿਹੜੇ ਹੈਗੇ ਆ 12ਵੀਂ ਤੱਕ ਪੜ੍ਹਾਈ ਕਰਨਗੇ। ਮੇਨ ਟੀਚਾ ਰੱਖਿਆ ਹੋਇਆ। ਮੋਸਟ ਕੁਐਸਚਨ ਬਣੂਗਾ ਜੀ, ਮੈਂ ਕਹਿੰਦਾ ਵੀ ਪੇਪਰ ਦੇ ਵਿੱਚ ਵੀ ਆਵੇਗਾ ਕਿ ਤਿੰਨੇ ਸਾਰੇ ਲਿਖੇ ਹੋਏ ਇਹਨਾਂ ਨੇ। ਵੋਕੇਸ਼ਨਲ ਦਾ ਅੱਡ ਲਿਖਿਆ ਹੋਇਆ, 3 ਤੋਂ 6 ਸਾਲ ਦਾ ਅਲੱਗ ਲਿਖਿਆ ਹੋਇਆ ਕਿ ਭਾਰਤ ਸਰਕਾਰ ਦਾ ਨਵਾਂ ਟੀਚਾ ਰੱਖਿਆ ਕਿ ਉਸ ਨੂੰ 2030 ਤੱਕ ਭਾਰਤ ਦੇ ਜਿੰਨੇ ਵੀ ਬੱਚੇ ਨੇ, ਠੀਕ ਹੈ, ਭਾਰਤ ਦੇ ਵਿੱਚ ਜਿੰਨੇ ਵੀ ਬੱਚੇ ਨੇ 100% ਬੱਚੇ 12ਵੀਂ ਕਲਾਸ ਤੱਕ ਉਹ ਪੜ੍ਹਾਈ ਕਰਨਗੇ, ਮੁਫਤ ਮਿਲੂਗੀ ਇਹ ਪੜ੍ਹਾਈ, ਠੀਕ ਹੈ ਜੀ। ਉਸ ਤੋਂ ਬਾਅਦ ਹੈ ਜੀ, ਇਸ ਨੀਤੀ ਅਨੁਸਾਰ 2025 ਤੱਕ 3 ਤੋਂ 6 ਸਾਲ ਦੇ ਬੱਚਿਆਂ ਨੂੰ ਭਾਰਤ ਵਿੱਚ ਪ੍ਰੀ ਪ੍ਰਾਇਮਰੀ ਦੀਆਂ ਸਿੱਖਿਆ 100% ਹਾਸਲ ਕੀਤੀ ਜਾਵੇਗੀ। ਕਹਿਣ ਦਾ ਮਤਲਬ ਕੀ ਹੈ ਕਿ 2030 ਤੱਕ ਜਿਹੜਾ ਟੀਚਾ ਹੈ ਉਹ 12ਵੀਂ ਤੱਕ ਦਾ ਜੀ। ਭਾਰਤ ਵਿੱਚ ਭਾਰਤ ਵਿੱਚ 12ਵੀਂ ਤੱਕ ਦੇ ਬੱਚਿਆਂ ਨੂੰ, ਠੀਕ ਹੈ, ਮਤਲਬ ਕਿ 12ਵੀਂ ਤੱਕ ਬੱਚਿਆਂ ਨੂੰ ਪੜ੍ਹਾਇਆ ਜਾਵੇਗਾ। ਪੂਰੇ 100% ਬੱਚਿਆਂ ਨੂੰ, ਭਾਰਤ ਦੇ 100% ਬੱਚਿਆਂ ਨੂੰ 2030 ਤੱਕ ਦੇ 12ਵੀਂ ਤੱਕ ਪੜ੍ਹਾਈ ਕਰਵਾਈ ਜਾਵੇਗੀ। ਦੂਸਰਾ ਪੁਆਇੰਟ ਜਿਹੜਾ ਹੈਗਾ, ਇਸ ਨੀਤੀ ਅਨੁਸਾਰ 2025 ਤੱਕ ਜਿਹੜਾ ਹੈਗਾ 3 ਤੋਂ ਲੈ ਕੇ 6 ਸਾਲ ਪ੍ਰੀ ਪ੍ਰਾਇਮਰੀ ਸਕੂਲ ਜਿਹਨੂੰ ਕਹਿ ਸਕਦੇ ਹਾਂ ਆਪਾਂ, ਪ੍ਰੀ ਪ੍ਰਾਇਮਰੀ ਐਜੂਕੇਸ਼ਨ ਕਹਿ ਸਕਦੇ ਹਾਂ, ਤਾਂ ਉਹਨਾਂ ਨੂੰ 3 ਤੋਂ ਲੈ ਕੇ 6 ਸਾਲ ਦੇ ਬੱਚਿਆਂ ਨੂੰ 100% ਜਿਹੜਾ ਹੈਗਾ ਉਹਨਾਂ ਨੂੰ ਸਿੱਖਿਆ ਲਾਜ਼ਮੀ ਦਿੱਤੀ ਜਾਵੇਗੀ। ਇਹ 2025 ਦਾ ਟੀਚਾ ਰੱਖਿਆ ਹੋਇਆ ਸਰਕਾਰ ਨੇ। ਕਹਿੰਦੇ ਵੀ ਇਹ ਦੋਨੇ ਜ਼ਰੂਰ ਯਾਦ ਰੱਖਿਓ, ਮੋਸਟ ਇੰਪੋਰਟੈਂਟ ਨੇ ਜੀ, ਠੀਕ ਹੈ। ਵਧਦੇ ਹਾਂ ਅੱਗੇ ਕੀ ਲਿਖਿਆ ਹੋਇਆ, ਇਸ ਨੀਤੀ ਅਨੁਸਾਰ 5 ਸਾਲ ਦੇ ਬੱਚਿਆਂ ਨੂੰ ਮਾਤਰ ਭਾਸ਼ਾ ਦੇ ਵਿੱਚ ਪੜ੍ਹਾਉਣਾ ਲਾਜ਼ਮੀ ਹੋਵੇਗਾ ਜਾਂ ਪੜ੍ਹਾਈ ਕਰਵਾਈ ਜਾਵੇਗੀ। ਇਹਨੂੰ ਵਧਾਉਣ, ਇਹਦਾ ਮੇਨ ਮਤਲਬ ਕੀ ਹੈ ਕਿ ਜਿਹੜਾ ਬੱਚਾ ਆਪਣੀ ਜਿਹੜੀ ਸਟੇਜ ਦੇ ਵਿੱਚ ਹੈਗਾ ਜਾਂ ਜਿਹੜੀ ਸਟੇਟ ਦੇ ਵਿੱਚ ਉਹਨਾਂ ਦੀ ਲੈਂਗੁਏਜ ਚੱਲਦੀ ਹੈ ਉਸ ਨੂੰ ਕੀ ਕੀਤਾ ਜਾਊਗਾ, ਇਸ ਨੀਤੀ ਦੇ ਅਨੁਸਾਰ 5 ਸਾਲ ਦੇ ਬੱਚੇ ਨੂੰ ਉਹਨਾਂ ਦੀ ਮਾਤਰ ਭਾਸ਼ਾ ਦੇ ਵਿੱਚ ਹੀ ਪੜ੍ਹਾਇਆ ਜਾਵੇਗਾ। ਹੋ ਸਕਦਾ ਇਹਨੂੰ 8ਵੀਂ ਤੱਕ ਵਧਾ ਦਿੱਤਾ ਜਾਵੇ, ਪਰ ਹੁਣ ਜਿਹੜਾ ਹੈਗਾ 5 ਸਾਲਾਂ ਤੱਕ ਜਿਹੜਾ ਹੈਗਾ ਇਹਨਾਂ ਨੂੰ ਮਾਤਰ ਭਾਸ਼ਾ ਦੇ ਵਿੱਚ ਹੀ ਪੜ੍ਹਾਇਆ ਜਾਵੇਗਾ। ਇਸ ਨੀਤੀ ਦੇ ਅਨੁਸਾਰ ਇੱਕ ਪਰਖ ਨਾਮ ਦਾ ਇੱਕ ਟੈਸਟ ਲੈਤਾ ਜਾਊਗਾ ਭਾਰਤ ਸਰਕਾਰ ਦੁਆਰਾ, ਜਿਹੜਾ 3, 5ਵੀਂ ਅਤੇ 8ਵੀਂ ਕਲਾਸ ਦੇ ਬੱਚਿਆਂ ਦਾ ਇਹ ਪੇਪਰ ਲਿਆ ਜਾਵੇਗਾ ਤਾਂ ਕਿ ਇਹਨਾਂ ਦਾ ਪਤਾ ਲੱਗ ਸਕੇ ਕਿ ਉਹ ਕਿਹੜੀ ਲਾਈਨ ਦੇ ਵਿੱਚ ਜਾਣਾ ਚਾਹੁੰਦੇ ਆ, ਬੱਚਿਆਂ ਦਾ ਇੰਟਰਸਟ ਪਤਾ ਲੱਗ ਸਕੇ, ਬੱਚਿਆਂ ਦੀ ਥਿੰਕਿੰਗ ਪਤਾ ਲੱਗ ਸਕੇ ਕਿ ਉਹ ਉਹਨਾਂ ਦੀ ਕਿਹੜੀ। ਆਪਾਂ ਦੇਖੋ ਕੀ ਹੈ, ਆਪਾਂ ਬੱਚੇ ਨੂੰ ਕਹਿ ਦਿੰਦੇ ਆ ਨੌਨ ਮੈਡੀਕਲ ਕਰ ਲੈ, ਪਰ ਉਹ ਨੌਨ ਮੈਡੀਕਲ ਆਪਣੇ ਕਹਿਣ ਤੇ ਕਰ ਲੈਂਦਾ, ਪਰ ਉਹਦਾ ਰੁਚੀ ਨਹੀਂ ਹੁੰਦੀ ਨੌਨ ਮੈਡੀਕਲ ਕਰਨ ਦੀ। ਤਾਂ ਇਸੇ ਚੀਜ਼ਾਂ ਨੂੰ ਸਮਝਣ ਦੇ ਲਈ, ਇਸੇ ਉਹਨਾਂ ਦੇ ਥਿੰਕ ਆਫ ਮਾਈਂਡ ਨੂੰ ਸਮਝਣ ਦੇ ਲਈ ਭਾਰਤ ਸਰਕਾਰ ਨੇ ਇੱਕ ਪਰਖ ਨਾਮ ਦਾ ਜਿਹੜਾ ਹੈਗਾ ਟੈਸਟ ਸ਼ੁਰੂ ਕੀਤਾ ਜਾਵੇਗਾ ਇਸ ਪਾਲਿਸੀ ਦੌਰਾਨ, ਜੋ ਕਿ 3 ਕਲਾਸ 5ਵੀਂ ਕਲਾਸ ਤੇ 8ਵੀਂ ਕਲਾਸ ਦੇ ਬੱਚੇ ਦੇਣਗੇ। ਤੇ ਉਹਨਾਂ ਦਾ ਜਿਹੜਾ ਇੰਟਰਸਟ ਹੈ, ਉਹਨਾਂ ਦਾ ਥਿੰਕਿੰਗ ਹੈ ਜਿਹੜੀ ਹੈਗੀ, ਉਹਨਾਂ ਦੀ ਲਾਈਨ ਹੈ ਜਿਹੜੀ ਉਹ ਚੁਣੀ, ਉਸ ਟੈਸਟ ਦੇ ਆਧਾਰ ਤੇ ਚੁਣੀ ਜਾਵੇਗੀ। ਜਿਸ ਬੰਦੇ ਦਾ ਇੰਜੀਨੀਅਰਿੰਗ ਬਣੀ ਇੰਟਰਸਟ ਜ਼ਿਆਦਾ ਉਹਨੂੰ ਇੰਜੀਨੀਅਰਿੰਗ ਬਣੀ ਤੋਰ ਦਿੱਤਾ ਜਾਵੇਗਾ, ਜਿਸ ਦਾ ਮੈਡੀਕਲ ਦੇ ਬਣੀ ਜ਼ਿਆਦਾ ਉਸ ਨੂੰ ਮੈਡੀਕਲ ਦੇ ਵਿੱਚ, ਜਿਹਦਾ ਇਨਫੋਰਮੇਸ਼ਨ ਟੈਕਨੋਲੋਜੀ ਵਿੱਚ ਇੰਟਰਸਟ ਜ਼ਿਆਦਾ ਉਹਨਾਂ ਨੂੰ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਅੱਗੇ ਜਿਹੜਾ ਹੈਗਾ ਸਟੱਡੀ ਕਰਵਾਈ ਜਾਵੇਗੀ। ਇਹਦੇ ਵਿੱਚ ਕੀ ਹੈ ਜ਼ਰੂਰ ਯਾਦ ਰੱਖਿਓ, ਮੋਸਟ ਇੰਪੋਰਟੈਂਟ ਹੈ ਜੀ ਇਹ ਵੀ, ਕਿ ਨਵੀਂ ਨੀਤੀ ਦੇ ਅਨੁਸਾਰ ਇੱਕ ਪਰਖ ਨਾਮ ਦਾ ਜਿਹੜਾ ਹੈਗਾ
ਟੈਸਟ ਲਿੱਤਾ ਜਾਵੇਗਾ ਜੋ ਕਿ ਤੀਜੀ 5ਵੀਂ ਅਤੇ 8ਵੀਂ ਕਲਾਸ ਦੇ ਲਈ ਹੋਵੇਗਾ ਤੇ ਇਸ ਵਿੱਚ ਪਤਾ ਲੱਗ ਸਕੇਗਾ ਕਿ ਬੱਚਾ ਕਿਹੜੀ ਲਾਈਨ ਨੂੰ ਚੁਣਨਾ ਚਾਹੁੰਦਾ ਹੈ। ਤੇ ਉਸ ਤੋਂ ਬਾਅਦ ਕੀ ਹੈ ਜੀ ਕਿ ਵੋਕੇਸ਼ਨਲ ਸਿੱਖਿਆ ਨੂੰ 6ਵੀਂ ਕਲਾਸ ਤੋਂ ਸ਼ੁਰੂ ਕੀਤਾ ਜਾਵੇਗਾ ਅਤੇ ਸਰਕਾਰ ਦੁਆਰਾ 2025 ਤੱਕ ਬੱਚਿਆਂ ਨੂੰ ਵੋਕੇਸ਼ਨਲ ਸਿੱਖਿਆ ਹਾਸਲ ਕਰਵਾਈ ਜਾਵੇਗੀ। ਮੋਸਟ ਇੰਪੋਰਟੈਂਟ ਕੁਐਸਚਨ ਬਣੂਗਾ ਜੀ ਕਿ ਵੋਕੇਸ਼ਨਲ ਸਿੱਖਿਆ ਪਹਿਲਾਂ ਜਿਹੜੀ ਹੈਗੀ ਹੈ 9ਵੀਂ ਤੋਂ ਸਟਾਰਟ ਹੁੰਦੀ ਸੀਗੀ, ਜਿਹੜੀ ਹੁਣ ਜਿਹੜੀ ਹੈਗੀ ਹੈ ਵੋਕੇਸ਼ਨਲ ਸਿੱਖਿਆ 6ਵੀਂ ਤੋਂ ਸਟਾਰਟ ਕਰਵਾਈ ਜਾਵੇਗੀ। ਵੋਕੇਸ਼ਨਲ ਸਿੱਖਿਆ ਜਿਹੜੀ ਹੈਗੀ ਹੈ 6ਵੀਂ ਕਲਾਸ ਤੋਂ ਸ਼ੁਰੂ ਕੀਤੀ ਜਾਵੇਗੀ ਅਤੇ ਸਰਕਾਰ ਦੁਆਰਾ 2025 ਤੱਕ ਦੇ ਬੱਚਿਆਂ ਨੂੰ ਵੋਕੇਸ਼ਨਲ ਸਿੱਖਿਆ ਵਿੱਚ ਹਾਸਲ ਕਰਵਾਇਆ। ਇਹਦਾ ਵੀ ਟੀਚਾ ਹੈਗਾ 2025 ਤੱਕ ਦੇ ਜਿਹੜੇ ਸਟੂਡੈਂਟ ਹੋਣ, ਜਿਹੜੇ 2025 ਤੱਕ ਦਾ ਜਿਹੜਾ ਇਹਨਾਂ ਦਾ ਮੇਨ ਮੋਟਿਵ ਹੈ ਉਹ ਰੱਖਿਆ ਗਿਆ ਕਿ 2025 ਤੱਕ ਦੇ ਜਿਹੜਾ ਹੈਗਾ ਵੋਕੇਸ਼ਨਲ ਸਿੱਖਿਆ 50% ਬੱਚਿਆਂ ਨੂੰ ਭਾਰਤ ਦੇ ਵਿੱਚ ਪੂਰੀ ਕਰਵਾਈ ਜਾਵੇਗੀ। ਇਹ ਜ਼ਰੂਰ ਲਿਖ ਲਿਓ ਕਿ ਵੋਕੇਸ਼ਨਲ ਜਿਹੜੀ ਸਿੱਖਿਆ 6ਵੀਂ ਕਲਾਸ ਤੋਂ ਸ਼ੁਰੂ ਕਰਵਾਈ ਜਾਵੇਗੀ ਤੇ ਭਾਰਤ ਸਰਕਾਰ ਦੁਆਰਾ 2025 ਤੱਕ 50% ਬੱਚਿਆਂ ਨੂੰ ਵੋਕੇਸ਼ਨਲ ਸਿੱਖਿਆ ਹਾਸਲ ਕਰਵਾਈ ਜਾਵੇਗੀ। ਇਹ ਟੀਚਾ ਜਿਹੜਾ ਹੈਗਾ 2025 ਤੱਕ ਦਾ 2025 ਤੱਕ ਦਾ 3 ਤੋਂ ਲੈ ਕੇ 6 ਸਾਲ ਦੇ ਬੱਚਿਆਂ ਦਾ ਵੀ ਹੈ। 2030 ਦਾ ਜਿਹੜਾ ਹੈਗਾ 12ਵੀਂ ਕਲਾਸ ਦੇ ਬੱਚਿਆਂ ਦਾ ਹੈ। ਇਹ ਤਿੰਨੇ ਟੀਚੇ ਜਿਹੜੇ ਹੈਗੇ ਆਪਾਂ ਨੂੰ ਯਾਦ ਜ਼ਰੂਰ ਰੱਖਣੇ ਪੈਣਗੇ। ਸਿੱਖਿਆ ਇੱਕ ਊਰਜਾ ਪ੍ਰਦਾਨ ਸਰੋਤ ਹੈ। ਇਹ ਕਿਹੜੀਆਂ ਐਜੂਕੇਸ਼ਨ ਹੈਲਪਫੁਲ ਕਿਹੜੀ ਹੈ, ਪ੍ਰੋਟੈਕਸ਼ਨਲ ਜਿਹੜੀਆਂ ਆਪਾਂ ਨੂੰ ਚੀਜ਼ਾਂ ਦਿੰਦੀ ਹੈ। ਸਿੱਖਿਆ ਦਾ ਮੇਨ ਕਾਰਨ ਕੀ ਹੈ ਜਾਂ ਸਿੱਖਿਆ ਨੂੰ ਕਿੱਦਾਂ ਡਿਵੈਲਪਮੈਂਟ ਕਰ ਸਕਦੇ ਹਾਂ। ਕਹਿੰਦਾ ਇੱਕ ਬੱਚੇ ਦੇ ਦਿਮਾਗ ਨੂੰ ਦਾ 85% ਵਿਕਾਸ ਜਿਹੜਾ ਹੈਗਾ 6 ਸਾਲਾਂ ਦੀ ਉਮਰ ਦੇ ਵਿੱਚ ਹੋ ਜਾਂਦਾ ਹੈ। ਜਿਹੜਾ ਬੱਚੇ ਦਾ ਦਿਮਾਗ ਦਾ ਜਿਹੜਾ ਹੈਗਾ ਡਿਵੈਲਪਮੈਂਟ ਹੈ, ਵਿਕਾਸ ਹੈ, ਉਹ ਜਿਹੜਾ ਹੈਗਾ 85% ਜਿਹੜਾ ਵਿਕਾਸ ਹੈ 6 ਸਾਲ ਦੀ ਉਮਰ ਤੱਕ ਬੱਚੇ ਦਾ ਹੋ ਜਾਂਦਾ ਹੈ। 2030 ਦੇ ਤੱਕ ਭਾਰਤ ਦੇ 100% ਬੱਚਿਆਂ ਨੂੰ ਕਲਾਸ ਪਹਿਲੀ ਦੇ ਵਿੱਚ ਦਾਖਲਾ ਜ਼ਰੂਰ ਕਰਵਾਇਆ ਜਾਵੇਗਾ। ਨਵਾਂ ਟੀਚਾ ਹੋਰ ਸਮਝ ਮੂਹਰੇ ਆ ਰਿਹਾ ਕਿ 2030 ਤੱਕ ਭਾਰਤ ਦੇ ਜਿੰਨੇ ਵੀ ਬੱਚੇ ਨੇ, ਛੋਟੇ ਬੱਚੇ ਨੇ, ਜਿੰਨੇ ਵੀ ਬੱਚੇ ਨੇ ਉਹਨਾਂ ਨੂੰ ਕਲਾਸ ਪਹਿਲੀ ਦੇ ਵਿੱਚ ਦਾਖਲ ਜ਼ਰੂਰ ਕਰਵਾਇਆ ਜਾਵੇਗਾ। ਇਹ ਜ਼ਰੂਰ ਯਾਦ ਰੱਖਿਓ। ਮੋਸਟ ਕੁਐਸਚਨ ਬਣ ਸਕਦਾ ਇੱਥੋਂ ਕਿ ਕਿੰਨੇ ਵੀ ਭਾਰਤ ਦੇ ਵਿੱਚ ਪਹਿਲੀ ਕਲਾਸ ਦੇ ਵਿੱਚ ਜਿਹੜਾ ਹੈਗਾ ਨਵਾਂ ਟੀਚਾ ਕਦੋਂ ਤੱਕ ਪੂਰਾ ਕੀਤਾ ਜਾਵੇਗਾ ਬੱਚਿਆਂ ਨੂੰ ਦਾਖਲ ਕਰਵਾਉਣ ਦਾ, ਤਾਂ ਉਹ ਹੋਊਗਾ ਜੀ 2030 ਦੇ ਵਿੱਚ। ਪਿਛਲਾ ਕੀ ਸੀਗਾ ਕਿ ਵੋਕੇਸ਼ਨਲ 6ਵੀਂ ਕਲਾਸ ਦੇ ਬੱਚਿਆਂ ਨੂੰ ਵੋਕੇਸ਼ਨਲ ਐਜੂਕੇਸ਼ਨ ਪ੍ਰੋਵਾਈਡ ਕਦੋਂ ਤੱਕ ਪੂਰੀ ਕਰਵਾਈ ਜਾਵੇਗੀ? 2025 ਤੱਕ 50% ਬੱਚੇ ਜਿਹੜੇ ਹੈਗੇ ਆ ਵੋਕੇਸ਼ਨਲ ਐਜੂਕੇਸ਼ਨ ਪ੍ਰੋਵਾਈਡ ਕਰ ਲੈਣਗੇ। 3 ਤੋਂ ਲੈ ਕੇ 6 ਸਾਲ ਦੇ ਬੱਚਿਆਂ ਨੂੰ, ਠੀਕ ਹੈ ਜੀ, 3 ਤੋਂ ਲੈ ਕੇ 6 ਸਾਲ ਦੇ ਬੱਚਿਆਂ ਨੂੰ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ ਕਦੋਂ ਤੱਕ ਪੂਰਾ ਕੀਤਾ ਜਾਵੇਗਾ? ਤਾਂ ਉਹ ਵੀ ਕਿੰਨਾ ਹੈ ਜੀ 2025 ਤੱਕ ਕੀਤਾ ਜਾਵੇਗਾ। ਤੇ ਇਹ ਜੇ ਤੁਹਾਨੂੰ ਕਿਹਾ ਜਾਵੇ ਕਿ ਭਾਰਤ ਦੇ ਵਿੱਚ 100% ਬੱਚਿਆਂ ਨੂੰ 12ਵੀਂ ਕਲਾਸ ਤੱਕ ਕਦੋਂ ਤੱਕ ਉਹਨਾਂ ਦਾ ਟੀਚਾ ਪੂਰਾ ਕੀਤਾ ਜਾਵੇਗਾ, ਤਾਂ ਉਹ ਹੈ ਜੀ 2030 ਤੱਕ ਇਹ ਟੀਚਾ ਪੂਰਾ ਕੀਤਾ ਜਾਵੇਗਾ। ਜਿਹੜੇ ਇਹ ਟੀਚੇ ਨੇ ਤਾਂ ਜ਼ਰੂਰ ਯਾਦ ਰੱਖਿਓ, ਇੰਪੋਰਟੈਂਟ ਨੇ ਜੀ ਸਾਰਿਆਂ ਲਈ। ਅੱਗੇ ਕੀ ਹੈ ਜੀ, ਕਹਿੰਦਾ ਇਸ ਸਟੇਜ ਵਿੱਚ ਬੱਚੇ ਦੇ ਆਦਰਸ਼ਾਂ ਨੂੰ ਬਣਾਉਣ ਲਈ, ਬੱਚੇ ਦੇ ਜੀਵਨ ਨੂੰ ਵਿਕਾਸ ਨੂੰ ਬਣਾਉਣ ਦੇ ਲਈ, ਬੱਚੇ ਦੇ ਮਾਨਸਿਕ ਵਿਵਹਾਰ, ਬੱਚੇ ਦੇ ਸਿੱਖਣ ਦੀ ਜਿਗਿਆਸਾ, ਬੱਚੇ ਨੂੰ ਸਫਾਈ ਦੀ ਭਾਵਨਾ, ਬੱਚੇ ਅੰਦਰ ਟੀਮ ਵਰਕ ਅਤੇ ਬੱਚੇ ਅੰਦਰ ਕੋਆਪਰੇਟਿਵ ਬਣਾਉਣ ਦੀ ਸਿਖਲਾਈ ਦਿੱਤੀ ਜਾਵੇਗੀ। ਕਹਿਣ ਦਾ ਮਤਲਬ ਕੀ ਹੈ, ਬੱਚੇ ਦੇ ਜਿਹੜਾ ਇਸ ਸਟੇਜ ਦੇ ਵਿੱਚ ਜਿਹੜਾ ਬੱਚਾ ਜਦੋਂ ਸਕੂਲੀ ਲਾਈਫ ਦੇ ਵਿੱਚ ਆਉਂਦਾ ਹੈ ਤਾਂ ਉਹਦੇ ਵਿਕਾਸ ਬਣਾਉਣ ਦੇ ਲਈ, ਉਸ ਦੇ ਵਿੱਚ ਵਾਧਾ ਕਰਨ ਦੇ ਲਈ ਉਹਨਾਂ ਦੇ ਮਾਨਸਿਕ ਵਿਚਾਰਾਂ ਨੂੰ ਵੀ ਸਮਝਣਾ ਪੈਣਾ, ਉਹਨਾਂ ਨੂੰ ਸਿੱਖਣ ਦੀ ਉਹਦੇ ਵਿੱਚ ਇਹ ਵੀ ਦੇਖਣਾ ਪੈਣਾ ਕਿ ਕਿਸੇ ਚੀਜ਼ ਨੂੰ ਸਿੱਖਣ ਦੀ ਜਿਗਿਆਸਾ ਕਿੰਨੀ ਕੁ ਹੈ। ਉਸ ਬੱਚੇ ਨੂੰ ਇਹ ਵੀ ਸਮਝਾਉਣਾ ਪੈਣਾ ਕਿ ਆਪਣਾ ਆਲਾ ਦੁਆਲਾ ਜਿਹੜਾ ਹੈਗਾ ਸਾਫ਼ ਸੁਥਰਾ ਹੋਣਾ ਚਾਹੀਦਾ ਹੈ। ਬੱਚੇ ਦੇ ਅੰਦਰ ਟੀਮ ਵਰਕ, ਗਰੁੱਪ ਦੇ ਨਾਲ ਡਿਸਕਸ਼ਨ ਕਰਨ ਦੀ ਵੀ ਜਿਹੜੀ ਹੈਗੀ ਹੈ, ਇਹ ਚੀਜ਼ਾਂ ਨੂੰ ਸਮਝਾਉਣਾ ਪੈਣਾ ਤੇ ਬੱਚੇ ਨੂੰ ਕੋਆਪਰੇਟਿਵ ਬਣਾਉਣ ਦੇ ਲਈ ਇਹ ਸਾਰੀਆਂ ਸਿੱਖਿਆ ਜਿਹੜੀਆਂ ਹੈਗੀਆਂ ਨੇ ਇਸ ਨੀਤੀ ਦੇ ਵਿੱਚ ਐਡ ਕੀਤੀਆਂ ਗਈਆਂ ਨੇ। ਅੱਗੇ ਜਿਹੜੀ ਸੰਸਥਾ ਹੈਗੀ ਹੈ ਉਹ ਹੈ ਨੈਸ਼ਨਲ ਕਰਿਕੂਲਮ ਐਂਡ ਪੈਡਾਗੋਜੀ ਫਰੇਮਵਰਕ ਫॉर अर्ਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ। ਇਹ ਇੱਕ ਸੰਸਥਾ ਦਾ ਨਾਮ ਹੈ ਜੀ, ਠੀਕ ਹੈ। ਇਸ ਸੰਸਥਾ ਵਿੱਚ ਕੀ ਹੈ, ਇਹਦਾ ਸੰਸਥਾ ਦਾ ਮੇਨ ਕੰਮ ਕੀ ਹੈ ਕਿ ਇਹ ਸੰਸਥਾ ਜੋ ਬੱਚੇ 6 ਸਾਲ ਦੇ ਹੁੰਦੇ ਨੇ ਉਹਨਾਂ ਨੂੰ ਕਿਹੜੀਆਂ ਚੀਜ਼ਾਂ, ਕਿਹੜਾ ਸਿਲੇਬਸ ਤਿਆਰ ਕਰਕੇ ਦੇਣਾ, ਕੀ ਕੁਝ ਪੜ੍ਹਾਉਣਾ ਦੀ ਜ਼ਿੰਮੇਵਾਰੀ ਉਹ ਕਿਹਦੀ ਹੁੰਦੀ ਹੈ, ਉਹ ਇਸ ਸੰਸਥਾ ਦੀ ਹੁੰਦੀ ਹੈ। ਇਸ ਸੰਸਥਾ ਦਾ ਫੁੱਲ ਫਾਰਮ ਜ਼ਰੂਰ ਯਾਦ ਰੱਖਿਓ। ਇਸ ਸੰਸਥਾ ਦੇ ਸ਼ਾਰਟ ਫਾਰਮ ਜ਼ਰੂਰ ਪੁੱਛਿਆ ਜਾਊਗਾ ਕਿ NCP
FECCE ਦੀ ਫੁੱਲ ਫਾਰਮ ਕੀ ਹੈ ਜੀ? ਤਾਂ ਜ਼ਰੂਰ ਯਾਦ ਰੱਖਿਓ ਕਿ ਨੈਸ਼ਨਲ ਕਰਿਕੂਲਮ ਐਂਡ ਪੈਡਾਗੋਜੀ ਫਰੋਮ ਵਰਕ ਫॉर ਦੀ अर्ਲੀ ਚਾਈਲਡਹੁੱਡ ਐਂਡ ਐਜੂਕੇਸ਼ਨ ਹੈ ਜੀ। ਤਾਂ ਇਹ ਜ਼ਰੂਰ ਯਾਦ ਰੱਖਿਓ। ਇਹ ਸੰਸਥਾ ਦਾ ਮੁੱਖ ਕੰਮ ਕੀ ਹੈ? ਇਸ ਸੰਸਥਾ ਵਿੱਚ ਜੋ ਬੱਚੇ 6 ਸਾਲ ਦੀ ਉਮਰ ਦੇ ਵਿੱਚ ਹਨ ਉਹਨਾਂ ਲਈ ਕੀ ਕੁਝ ਪੜ੍ਹਾਉਣਾ ਹੈ, ਕੀ ਸਿਲੇਬਸ ਹੋਵੇਗਾ, ਇਹ ਸਾਰੀ ਸੰਸਥਾ ਦੀ ਡਿਊਟੀ ਕਿਹੜੀ ਦੀ ਹੁੰਦੀ ਹੈ? NCPFECC ਦੀ ਹੁੰਦੀ ਹੈ। ਇਸ ਸੰਸਥਾ ਨੂੰ 2 ਭਾਗਾਂ ਦੇ ਵਿੱਚ ਵੰਡਿਆ ਗਿਆ ਸੀ। ਇਹ ਪਹਿਲਾ ਕੀ ਸੀਗਾ? ਇਸ ਸੰਸਥਾ ਵਿੱਚ 0 ਤੋਂ ਲੈ ਕੇ 3 ਸਾਲ ਦੇ ਬੱਚੇ ਅਤੇ 3 ਤੋਂ ਲੈ ਕੇ 8 ਸਾਲ ਦੇ ਬੱਚਿਆਂ ਨੂੰ ਇਸ ਸੰਸਥਾ ਦੇ ਵਿੱਚ ਸ਼ਾਮਲ ਕੀਤਾ ਗਿਆ ਜੀ। ਅੱਗੇ ਕੀ ਹੈ ਜੀ? ਪੂਰੇ ਭਾਰਤ ਵਿੱਚ ਜੋ ਪਛੜੇ ਜ਼ਿਲ੍ਹੇ ਨੇ, ਪੂਰੇ ਭਾਰਤ ਦੇ ਵਿੱਚ 707 ਪਛੜੇ ਜ਼ਿਲ੍ਹੇ ਨੇ, ਉਹਨਾਂ ਨੂੰ ਚੁਣਿਆ ਜਾਵੇਗਾ ਤੇ ਉਹਨਾਂ ਦੇ ਵਿੱਚ ਸਮਾਜਿਕ, ਆਰਥਿਕ ਅਤੇ ਪਿਛੜੇਪਣ ਜਿਹੜੇ ਜ਼ਿਲ੍ਹੇ ਹਨ ਉਹਨਾਂ ਨੂੰ ਅਰਲੀਹੁੱਡ ਚਾਈਲਡਹੁੱਡ ਕੇਅਰ ਦੇ ਵਿੱਚ ਲਾਗੂ ਕੀਤਾ ਜਾਵੇਗਾ। ਉਹਨਾਂ ਦੇ ਵਿੱਚ ਕੀ ਹੈ, ਕਹਿਣ ਦਾ ਮਤਲਬ ਕੀ ਹੈ? ਜੋ ਪਿਛੜੇ ਹੋਏ ਜ਼ਿਲ੍ਹੇ ਨੇ, ਭਾਰਤ ਦੇ ਪੂਰੇ 707 ਜ਼ਿਲ੍ਹੇ ਇੱਦਾਂ ਦੇ ਨੇ ਜੋ ਪਿਛੜੇ ਹੋਏ ਨੇ, ਜੋ ਸਮਾਜਿਕ ਆਧਾਰ 'ਤੇ ਪਿਛੜੇ ਨੇ ਤੇ ਆਰਥਿਕ ਆਧਾਰ 'ਤੇ ਵੀ ਪਿਛੜੇ ਨੇ, ਉਹਨਾਂ ਦੇ ਵਿੱਚ ਅਰਲੀ ਚਾਈਲਡਹੁੱਡ ਐਂਡ ਕੇਅਰ ਐਜੂਕੇਸ਼ਨ ਉੱਥੇ ਕੀ ਕੀਤਾ ਜਾਊਗਾ? ਲਾਗੂ ਕੀਤਾ ਜਾਵੇਗਾ। ਇਹ ਜ਼ਰੂਰੀ ਹੈ ਜੀ, ਮੋਸਟ ਇੰਪੋਰਟੈਂਟ ਕੁਐਸਚਨ ਬਣ ਸਕਦਾ ਹੈਗਾ। ਕਿੰਨੇ ਜ਼ਿਲ੍ਹੇ ਨੇ ਜੀ ਭਾਰਤ ਦੇ ਜਿਨ੍ਹਾਂ ਦੇ ਵਿੱਚ ਪਿਛੜੇ ਜ਼ਿਲ੍ਹਿਆਂ ਨੂੰ ਚੁਣਿਆ ਗਿਆ ਜਾਂ ਜਿੱਥੇ ਅਰਲੀ ਚਾਈਲਡਹੁੱਡ ਕੇਅਰ ਲਾਗੂ ਕੀਤਾ ਜਾਵੇਗਾ? ਤਾਂ ਉਹ ਜ਼ਰੂਰ ਨੇ ਜੀ, 707 ਜ਼ਿਲ੍ਹੇ ਨੇ। ਭਾਰਤ ਵਿੱਚ ਜਿੰਨੇ ਵੀ ਪ੍ਰੀ ਪ੍ਰਾਇਮਰੀ ਸਕੂਲ ਹਨ ਉਹਨਾਂ ਵਿੱਚ ਅਰਲੀ ਚਾਈਲਡਹੁੱਡ ਕੇਅਰ, ਠੀਕ ਹੈ ਜੀ, ਐਜੂਕੇਸ਼ਨ ਜਿਹੜੀ ਹੈਗੀ ਹੈ ਦਿੱਤੀ ਜਾਵੇਗੀ। ਹੁਣ ਪੰਜਾਬ ਦੇ ਵਿੱਚ ਵੀ ਦੇਖੋ ਇਹ ਹੋ ਗਿਆ ਕਿ ਨਰਸਰੀ ਟੀਚਰਾਂ ਦੀ ਭਰਤੀ ਕੀਤੀ ਜਾਵੇ, ਹੈ ਨਾ, ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ। ਦੇਖੋ ਪੁਰਾਣੇ ਕੀ ਸੀਗਾ, ਪਹਿਲਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜਾ ਹੈਗਾ ਨਰਸਰੀ ਕਲਾਸਾਂ ਸਟਾਰਟ ਹੁੰਦੀਆਂ ਸੀਗੀਆਂ, ਠੀਕ ਹੈ। ਹੁਣ ਕੀ ਕੀਤਾ ਸਰਕਾਰ ਨੇ ਕਿ ਹਰ ਇੱਕ ਸਟੇਟ ਨੂੰ ਕਹਿਤਾ ਕਿ ਜਿਹੜੇ ਸਕੂਲਾਂ ਦੇ ਵਿੱਚ ਕੀ ਆ ਨਰਸਰੀ ਕਲਾਸਾਂ ਨੂੰ ਸਟਾਰਟ ਕੀਤਾ ਜਾਵੇ। ਤਾਂ ਉਹ ਹਰ ਇੱਕ ਭਾਰਤ ਦੇ ਜਿੰਨੇ ਵੀ ਜ਼ਿਲ੍ਹੇ ਨੇ, ਭਾਰਤ ਵਿੱਚ ਜਿੰਨੀਆਂ ਵੀ ਸਟੇਟ ਨੇ, ਉਹਨਾਂ ਦੇ ਵਿੱਚ ਕੀ ਕੀਤਾ ਜਾਊਗਾ? ਪ੍ਰੀ ਪ੍ਰਾਇਮਰੀ ਸਕੂਲਾਂ ਦੇ ਵਿੱਚ ECCE ਲਾਗੂ ਕੀਤਾ ਜਾਵੇਗਾ। ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ। ਭਾਰਤ ਵਿੱਚ ਇਹ ਹਰ ਜਗ੍ਹਾ ਲਾਗੂ ਕੀਤਾ ਜਾਵੇਗਾ, ਜਿਵੇਂ ਕਿ ਆਂਗਣਵਾੜੀ ਸੈਂਟਰਾਂ ਨੂੰ ਮਜ਼ਬੂਤ ਕੀਤਾ ਜਾਵੇਗਾ। ਦੇਖੋ ਕਹਿਣ ਦਾ ਮਤਲਬ ਕੀ ਹੈ? ਭਾਰਤ ਦੇ ਜਿਵੇਂ ਆਂਗਣਵਾੜੀ ਸੈਂਟਰ ਨੇ ਉੱਥੇ ਵੀ ਅਰਲੀ ਚਾਈਲਡਹੁੱਡ ਕੇਅਰ ਜਿਹੜਾ ਐਜੂਕੇਸ਼ਨ ਉੱਥੇ ਵੀ ਲਾਗੂ ਹੋਊਗਾ, ਪ੍ਰੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਵੀ ਲਾਗੂ ਹੋਊਗਾ, ਕਿਉਂਕਿ ਆਂਗਣਵਾੜੀ ਸੈਂਟਰ ਜਿਹੜੇ ਹੈਗੇ ਆ ਉਹ ਇਹਨਾਂ ਦਾ ਕੰਮ ਹੀ ਕਰਦੇ ਸੀਗੇ, ਠੀਕ ਹੈ, ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦਾ ਹੀ ਕੰਮ ਕਰਦੇ ਸੀਗੇ। ਤਾਂ ਉੱਥੇ ਵੀ ਜਿਹੜਾ ਇਹ ਚੀਜ਼ਾਂ ਨੂੰ ਲਾਗੂ ਕੀਤਾ ਜਾਵੇਗਾ। ਤਾਂ ਇਹਦੇ ਆਂਗਣਵਾੜੀ ਸੈਂਟਰਾਂ ਦੇ ਵਿੱਚ ਹੋਰ ਕਿਹੜੀਆਂ ਚੀਜ਼ਾਂ ਡਿਵੈਲਪਮੈਂਟ ਕੀਤੀਆਂ ਗਈਆਂ ਨੇ, ਜਾਂ ਇਸ ਪਾਲਿਸੀ ਦੇ ਅਧੀਨ ਆਂਗਣਵਾੜੀ ਸੈਂਟਰਾਂ ਦੇ ਵਿੱਚ ਕਿਹੜੀਆਂ ਚੀਜ਼ਾਂ ਨੂੰ ਇੰਪਲੀਮੈਂਟ ਕੀਤਾ ਜਾਵੇਗਾ? ਤਾਂ ਉਹ ਨੇ ਜੀ ਕਿ ਆਂਗਣਵਾੜੀ ਸੈਂਟਰਾਂ ਦੇ ਵਿੱਚ ਚੰਗੀਆਂ ਇਮਾਰਤਾਂ ਨੂੰ ਬਣਾਉਣਾ, ਖੇਡਣ ਦੀ ਅਵਸਥਾ ਨੂੰ ਵਧੀਆ ਬਣਾਉਣਾ, ਤੇ ਅਧਿਆਪਕਾਂ ਨੂੰ ਸਿਖਲਾਈ ਦਿੱਤਾ ਜਾਵੇ ਤੇ ਟ੍ਰੇਨਿੰਗ ਦਿੱਤੀ ਜਾਵੇ। ਪੀਣ ਵਾਲੇ ਪਾਣੀ ਦਾ ਜਿਹੜਾ ਹੈਗਾ ਸੁਧਾਰ ਕੀਤਾ ਜਾਵੇ ਜਾਂ ਸੁਵਿਧਾ ਕੀਤੀ ਜਾਵੇ, ਅਤੇ ਉਹਨਾਂ ਦੇ ਆਲੇ ਦੁਆਲੇ ਦਾ ਵਾਤਾਵਰਨ ਵਧੀਆ ਤਰੀਕੇ ਦੇ ਨਾਲ ਪ੍ਰਦਾਨ ਕੀਤਾ ਜਾਵੇ। ਇਹ ਨਵੀਂ ਪਾਲਿਸੀ ਆਂਗਣਵਾੜੀ ਸੈਂਟਰਾਂ ਦੇ ਵਿੱਚ ਇੰਪਲੀਮੈਂਟ ਕਰੇਗੀ। ਮੈਂ ਦੁਬਾਰਾ ਦੱਸ ਦਿੰਦਾ ਕਿ ਆਂਗਣਵਾੜੀ ਸੈਂਟਰਾਂ ਦੇ ਵਿੱਚ ਜਿਹੜੀ ਹੈਗੀਆਂ ਚੰਗੀਆਂ ਨੂੰ ਇਮਾਰਤਾਂ ਨੂੰ ਬਣਾਇਆ ਜਾਵੇ, ਖੇਡਣ ਦੀ ਅਵਸਥਾ ਨੂੰ ਵਧੀਆ ਬਣਾਇਆ ਜਾਵੇ, ਅਧਿਆਪਕਾਂ ਨੂੰ ਸਿੱਖਿਆ ਤੇ ਟ੍ਰੇਨਿੰਗ ਦਿੱਤੀ ਜਾਵੇ, ਪੀਣ ਵਾਲੇ ਪਾਣੀ ਦੇ ਸੁਵਿਧਾ ਪ੍ਰਦਾਨ ਕਰਵਾਈ ਜਾਵੇ, ਅਤੇ ਵਾਤਾਵਰਨ ਵਧੀਆ ਤਰੀਕੇ ਦਾ ਪ੍ਰਦਾਨ ਆਂਗਣਵਾੜੀ ਸੈਂਟਰਾਂ ਦੇ ਵਿੱਚ ਕਰਵਾਇਆ ਜਾਵੇ। ਆਂਗਣਵਾੜੀ ਸੈਂਟਰਾਂ ਦੇ ਵਿੱਚ ਹੋਰ ਵੀ ਚੀਜ਼ ਕਰਵਾਈ ਜਾਵੇ ਕਿ ਇਸ ਨੀਤੀ ਦੇ ਅਨੁਸਾਰ ਆਂਗਣਵਾੜੀ ਸੈਂਟਰਾਂ ਦੇ ਵਿੱਚ ਮਿਡ ਡੇ ਮੀਲ ਬੱਚਿਆਂ ਨੂੰ ਸਵੇਰ ਦਾ ਵੀ ਦਿੱਤਾ ਜਾਵੇਗਾ। ਦੇਖੋ ਦੁਪਹਿਰ ਦਾ ਤਾਂ ਮਿਲਦਾ ਹੈ, ਤਾਂ ਇਸ ਦੇ ਵਿੱਚ ਮਿਡ ਡੇ ਮੀਲ ਜਿਹੜਾ ਹੈਗਾ, ਸੁਬਾਹ ਬ੍ਰੇਕਫਾਸਟ ਜਿਹੜਾ ਹੈਗਾ ਜੀ, ਸੁਬਾਹ ਵੀ ਆਂਗਣਵਾੜੀਆਂ ਸੈਂਟਰਾਂ ਦੇ ਵਿੱਚ ਦਿੱਤਾ ਜਾਵੇਗਾ। ਇਹ ਜਿਹੜੇ ਹੈਗੇ ਆ ਨਵੀਂ ਐਜੂਕੇਸ਼ਨ ਪਾਲਿਸੀ ਜਿਹੜੀ ਹੈਗੀ ਆ ਜੀ, ਇਹਦੇ 2020 ਦੇ ਵਿੱਚ ਜਿਹੜਾ ਹੈਗਾ ਇਹ ਲਿਆਤਾ ਗਿਆ ਗਾ। ਜਿਹੜੀ ਹੈਗੀ ਹੈ ਇਹ 2020 ਦੇ ਵਿੱਚ ਲਾਗੂ ਕੀਤੀ ਗਈ ਸੀ ਨਰਿੰਦਰ ਮੋਦੀ ਦੁਆਰਾ। ਸਭ ਤੋਂ ਪਹਿਲੀ ਜਿਹੜੀ ਰਾਸ਼ਟਰੀ ਸਿੱਖਿਆ ਨੀਤੀ ਸੀਗੀ 1968 ਦੇ ਵਿੱਚ ਇੰਦਰਾ ਗਾਂਧੀ ਦੇ ਸਮੇਂ ਕਰਵਾਈ ਗਈ ਸੀ, ਤੇ ਦੂਸਰੇ ਸਮੇਂ ਜਿਹੜੀ ਹੈਗੀ 1986 ਦੇ ਵਿੱਚ ਕੀਤੀ ਸੀਗੀ ਰਾਜੀਵ ਗਾਂਧੀ ਦੇ ਸਮੇਂ। ਤੀਸਰੀ ਜਿਹੜੀ ਹੁਣ ਲਾਗੂ ਹੋਈ ਹੈ ਉਹ ਜਿਹੜੀ ਹੈਗੀ ਹੈ 2020 ਦੇ ਵਿੱਚ ਹੋਈ ਹੈ। ਕਿਹਦੇ ਦੁਆਰਾ ਕੀਤਾ ਗਿਆ? ਨਰਿੰਦਰ ਮੋਦੀ ਦੀ ਸਰਕਾਰ ਦੁਆਰਾ ਇਸ ਨੂੰ ਲਾਗੂ ਕੀਤਾ ਗਿਆ। ਤਾਂ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਕਿ ਸੈਸ਼ਨ ਨੂੰ ਪੂਰਾ ਦੇਖਿਓ, ਤੁਹਾਨੂੰ ਕਾਫੀ ਚੀਜ਼ਾਂ ਜਿਹੜੀਆਂ ਹੈਗੀਆਂ ਕਲੀਅਰ ਹੋਣਗੀਆਂ, ਕਿਉਂਕਿ ਮੈਂ ਦੇਖਿਆ ਸੀਗਾ ਕਿ ਨੈਸ਼ਨਲ ਐਜੂਕੇਸ਼ਨ ਪਾਲਿਸੀ ਬਹੁਤ ਘੱਟ ਜਿਹੜੇ ਹੈਗੇ ਆ
ਕਰਵਾ ਰਹੇ ਨੇ ਤੇ ਮੈਂ ਇਹ ਸੋਚਿਆ ਕਿ ਤੁਹਾਡੇ ਵਾਸਤੇ ਜਿਹੜੀ ਆ ਕੋਈ ਨਵਾਂ ਸੈਸ਼ਨ ਲਿਆਤਾ ਜਾਵੇ ਤਾਂ ਜੋ ਤੁਹਾਨੂੰ ਬੈਨੀਫਿਟ ਹੋਵੇ ਕਿ ਜਿਹੜੇ ਆਉਣ ਵਾਲੇ ਪੇਪਰਾਂ ਦੇ ਵਿੱਚ 15 ਤੋਂ 20 ਨੰਬਰ ਹੈਗੇ ਆ, ਤੁਹਾਡੇ 15 ਤੋਂ 20 ਨੰਬਰ ਜਿਹੜੇ ਹੈਗੇ ਆ ਪੂਰੇ ਰੱਟ ਜਾਣਗੇ। ਤੁਸੀਂ ਆਪਣਾ ਕਾਪੀ ਪੈਨ ਨਾਲ ਰੱਖਿਓ। ਜੇਕਰ ਤੁਸੀਂ ਆ PDF ਲੈਣਾ ਚਾਹੁੰਦੇ ਹੋ ਤਾਂ ਸਾਡਾ ਇੱਕ ਟੈਲੀਗ੍ਰਾਮ ਚੈਨਲ ਹੈ, ਤਾਂ ਉਹਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਜਾਊਗਾ, ਉਹਨੂੰ ਜੁਆਇਨ ਕਰੋ। ਤਾਂ ਉਹਨੂੰ ਜੁਆਇਨ ਕਰਨ ਤੋਂ ਬਾਅਦ ਕੀ ਹੈ, ਤੁਹਾਨੂੰ ਹਰ ਇੱਕ PDF ਜਿਹੜੀ ਹੈਗੀ ਆ ਸਟੱਡੀ ਰਿਲੇਟਡ ਜਿੰਨੀ ਵੀ ਹੋਣਗੀਆਂ PDF, ਜਿੰਨੇ ਵੀ ਟੌਪਿਕ ਹੋਣਗੇ ਉਸ ਗਰੁੱਪ ਦੇ ਵਿੱਚ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤਾ ਜਾਊਗਾ। ਤੁਹਾਨੂੰ ਰਿਕੁਐਸਟ ਹੈ, ਹੰਬਲ ਰਿਕੁਐਸਟ ਹੈ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਕਮੈਂਟ ਕਰੋ ਤੇ ਸ਼ੇਅਰ ਕਰੋ ਆਪਣੇ ਯਾਰਾਂ ਦੋਸਤਾਂ ਦੇ ਨਾਲ, ਤਾਂ ਜੋ ਸਾਨੂੰ ਵੀ ਕੀ ਹੈ ਸਾਡਾ ਹੌਸਲਾ ਅਫਜ਼ਾਈ ਹੋ ਸਕੇ। ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ। ਓਕੇ ਜੀ, ਥੈਂਕ ਯੂ।